ਗੱਠਜੋੜ ਹੁੰਦਾ ਨਾ, ਗੱਠਜੋੜ ਦੇ ਵਿੱਚ ਸੀਟਾਂ ਦੀ ਲੈ ਦੇ ਹੁੰਦੀ ਹੈਗੀ, ਉਸ ਮੌਕੇ ਪਾਰਟੀਆਂ ਨੂੰ ਫੈਸਲੇ ਕਰਨੇ ਪੈਂਦੇ ਨੇ। ਪਾਰਟੀ ਹਮੇਸ਼ਾ ਫੈਸਲੇ ਕਰਦੀ ਆ, ਚੰਗੀ ਬਿਹਤਰੀ ਵਾਸਤੇ ਕਰਦੀ ਆ। ਉਹ ਕਈ ਵਾਰੀ ਮਹਿਸੂਸ ਹੋ ਜਾਂਦਾ, ਜਿਹੜਾ ਕਿ ਹਲਕਾ ਇੰਚਾਰਜ ਆ ਉਹਨੂੰ ਮਹਿਸੂਸ ਹੁੰਦਾ, ਜਿਵੇਂ ਸਾਨੂੰ ਮੈਨੂੰ ਵੀ ਫੀਲ ਹੋਇਆ, ਪਹਿਲਾਂ ਸਾਡੇ ਸਾਥੀਆਂ ਨੂੰ ਵੀ ਫੀਲ ਹੋਇਆ ਵੀ ਆਹ ਕੀ ਗੱਲ ਹੋ ਗਈ ਹੈ ਕਿ ਤਾਂ ਬੜੀ ਮਿਹਨਤ ਕੀਤੀ ਸੀ। ਹਾਂਜੀ, ਵੀ ਸਾਡੀ ਇੰਨੀ ਅਕਾਲੀ ਸੀ, ਤਗੜਾ ਸੀਗਾ ਤੇ ਅਸੀਂ ਇਸੋਂ ਸੀਟ ਜਿੱਤ ਕੇ ਸਕੀਵਾਲ ਦੀ ਝੋਲੀ ਪਾਉਣੀ ਸੀਗੀ, ਵੀ ਹੋ ਕੀ ਗਿਆ ਮਜੂਸੀ ਜਿਵੇਂ। ਪਰ ਜੋ ਪਾਰਟੀ ਦੇ ਫੈਸਲੇ ਨੇ, ਪਾਰਟੀ ਸੁਪਰੀਮ ਹੁੰਦੀ ਆ, ਉਹ ਫੈਸਲੇ ਮੰਨੇ ਹੀ ਹੁੰਦੇ ਨੇ ਔਰ ਮੰਨਣੇ ਚਾਹੀਦੇ ਵੀ ਨੇ। ਪਾਰਟੀ ਦੇ ਫੈਸਲੇ ਕਰਦੇ ਬਿਹਤਰੀ ਵਾਸਤੇ ਹੀ ਕਰਦੀ ਆ, ਇਸ ਕਰਕੇ ਮੈਂ ਤਾਂ ਪਾਰਟੀ ਬਹੁਤ ਸਿਪਾਹੀ ਆ। ਉਹ ਫੈਸਲਾ ਸਾਡੀ ਹਾਈ ਕਮਾਂਡ ਨੇ, ਸਾਹਿਬ ਸੁਖਬੀਰ ਜੀ ਉਹਨਾਂ ਨੇ ਔਰ ਸਾਡੀ ਭੈਣ ਬੀਬੀ ਮਾਇਆਵਤੀ ਜੋ ਲਿਆ, ਇਹ ਬਹੁਤ ਵਧੀਆ ਮੌਕੇ 'ਤੇ ਫੈਸਲਾ ਔਰ ਸ਼ਲਾਘਾਯੋਗ ਫੈਸਲਾ ਹੈ। ਕਿਉਂ ਇਸ ਕਰਕੇ ਆ, ਕਿਉਂਕਿ ਸਾਡੀ ਦੋਨਾਂ ਪਾਰਟੀਆਂ ਦੀ ਜੋ ਸਹੀ ਮੈंने ਦੇਖਿਆ ਕਿ ਆਪਸ ਵਿੱਚ ਵਿਚਾਰਧਾਰਾ ਮਿਲਦੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਅਦੇ ਕਰਕੇ ਮੁੱਖਿਆ ਨਾ, ਹੁਣ ਸਮਾਂ ਕਾ ਜਿੰਨੇ ਮਰਜ਼ੀ ਇਹ ਕਹਿ ਲਵੇ, ਜਿੰਨੀ ਮਰਜ਼ੀ ਸਹੂਲਤਾਂ ਦੇ ਲੈ, ਲੇਕਿਨ ਲੋਕ ਕਿਸੇ ਕੀਮਤ 'ਤੇ ਵੀ ਕਾਂਗਰਸ ਪਾਰਟੀ ਨੂੰ ਮੁੜ ਕੇ ਸੇਵਾ ਨਹੀਂ ਲਾਉਣਗੇ ਔਰ ਸ਼੍ਰੋਮਣੀ ਅਕਾਲੀ ਦਲ ਸਾਹਿਬ ਸੀਵਾਲ ਦੇ ਕੀਤੇ ਹੋਏ ਕੰਮਾਂ ਨੂੰ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਕੰਮਾਂ ਲੋਕ ਯਾਦ ਕਰਦੇ ਨੇ। ਅੱਜ ਇਹ ਜੇ ਗੱਠਜੋੜ ਹੋਇਆ ਤਾਂ ਮੈਂ ਸਮਝਦਾ ਕਿ ਗੱਠਜੋੜ ਬੜੀ ਕਾਮਯਾਬੀ ਨਾਲ ਅਸੀਂ ਪੈਲ ਤੋਂ ਇੱਥੋਂ ਜਿੱਤਾਂਗੇ ਔਰ ਪੰਜਾਬ ਦੇ ਵਿੱਚ ਮਾਨਯੋਗ ਸਾਹਿਬ ਸੀਵਾਲ ਦੀ ਮੁੱਖ ਮੰਤਰੀ ਬਣ ਗਏ ਔਰ ਸਾਡੀ ਗੱਠਜੋੜ ਦੀ ਸਰਕਾਰ ਲਾਜ਼ਮੀ ਬਣੂਗੀ। ਕੋਈ ਸੋਚ ਕੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਗੱਲ ਇੱਥੇ ਨਹੀਂ ਜਿਹੜੀ ਬਹੁਤ ਦੁੱਖ ਜਾਣੀ ਆ ਔਰ ਇੱਕ ਜ਼ਿੰਮੇਵਾਰ ਮੈਂਬਰ ਪਾਰਲੀਮੈਂਟ ਹੋਵੇ ਔਰ ਇਹ ਗੱਲਾਂ ਕਰੇ, ਬਹੁਤ ਉਹਨਾਂ ਗੱਲਾਂ ਦੇ ਨਾਲ ਮੈਂ ਸਮਝਦਾ ਬੜੀ ਨਿੰਦਣਯੋਗ ਨੇ। ਕਿਉਂਕਿ ਉਹਨਾਂ ਨੇ ਇੱਕ ਸ਼ਬਦ ਇਹ ਕਹਿਤਾ ਵੀ ਸ਼੍ਰੀ ਅਨੰਦਪੁਰ ਸਾਹਿਬ ਦੀ ਸੀਟ ਤੇ ਸ਼੍ਰੀ ਚਮਕੌਰ ਸੀਟਾਂ ਦੋਨੇ ਪਵਿੱਤਰ ਸੀਟਾਂ ਨੇ, ਜਿਹੜੀਆਂ ਕਿ ਸ਼੍ਰੋਮਣੀ ਅਕਾਲੀ ਦਲ ਨੇ ਜੋ ਗੱਠਜੋੜ ਬਣਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਦਿੱਤੀ। ਇਹਦਾ ਮਤਲਬ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਮੈਂਬਰ ਨੇ ਉਹ ਅਪਵਿੱਤਰ ਨੇ। ਹੁਣ ਅਸੀਂ ਦੋ ਜੁੜ ਗਏ ਹਾਂ, ਸ਼੍ਰੋਮਣੀ ਅਕਾਲੀ ਦਲ ਤੇ ਜਸਪ੍ਰੀਤ ਬਾਜਪਾ ਦਾ, ਔਰ ਬਿਲਕੁਲ ਸੀਟ ਲਾਜ਼ਮੀ ਜਿੱਤਾਂਗੇ। और दूजे पासा लखवीर सिंह लखा MLA ने और ਇਹਦੀ ਇੰਨੀ ਯਾਦ ਲੋਕ ਹੀ ਕਹਿੰਦੇ ਨੇ, ਲੋਕ ਇਹਨਾਂ ਬਾਰੇ ਜੋ ਸ਼ਬਦ ਕਹਿੰਦੇ ਨੇ ਤੁਸੀਂ ਉਹ ਸੁਣਦੇ ਹੀ ਹੋ ਵੀ ਇੱਥੇ ਸ਼ਰਾਬ ਜਿਹੜੀ ਮਰਜ਼ੀ ਲੈ ਲਓ, ਨਾਲੇ ਕਹਿਣਗੇ MLA ਲੈਣੀ ਆ ਕਿ ਕਿਹੜੀ ਲੈਣੀ ਆ। ਫੈਕਟਰੀਆਂ ਲਾਈਆਂ ਨਜਾਇਜ਼, ਉਹਨਾਂ ਦੇ ਬ੍ਰਾਂਡ 777 999 ਪੱਕੇ ਹੀ, ਜਿੱਥੇ ਮਰਜ਼ੀ ਟੈਲੀਫੋਨ ਕਰਕੇ ਅੱਜ ਮੰਗਾ ਲਓ, ਹੁਣ ਮੰਗਾ ਲਓ ਸਕਦੀ। ਇਹ ਕਿਹੜੇ ਬ੍ਰਾਂਡ ਨੇ ਜੀ 799? ਪੈਲ ਹਲਕੇ ਵਿੱਚ ਸ਼ਰਾਬ ਪੱਖੋਂ ਨਜਾਇਜ਼ ਜਿਹੜੀ ਮਰਜ਼ੀ ਲੈ ਲਓ, ਜਿਹੜਾ ਮਰਜ਼ੀ ਚਿੱਟਾ ਲੈ ਲਓ। ਔਰ ਕੁਆੜ ਦਾ ਕੰਮ ਇੰਨਾ ਖੋਲ੍ਹ ਕੇ ਰੱਖਿਆ, ਢਾਬੇ ਰੱਖੇ ਨੇ ਉੱਥੇ ਟਰੱਕਾਂ ਤੋਂ ਮਾਲ ਲਾ ਕੇ ਵੇਚ ਜਾਂਦਾ ਸਸਤੇ ਪਾਸੇ। ਔਰ ਮੈਂ ਹੈਰਾਨ ਆ ਵੀ ਇਹਨਾਂ ਕਰਕੇ ਇੱਕ ਨੁਮਾਇੰਦਾ ਹੋਵੇ, ਜਦ ਕਿ ਸਾਫ਼ ਸੁਥਰਾ ਚਾਹੀਦਾ, ਇਹ ਇਕੱਲਾ ਪੈਸੇ ਨਾਲ ਨਹੀਂ ਬਣ ਸਕਦਾ। ਆਹ ਲੋਕ ਹੁਣ ਦੇਣਗੇ, ਹੁਣ ਜਾਓਗੇ ਨਾ ਲੋਕਾਂ ਦੇ ਕੋਲ, ਹੁਣ ਪਤਾ ਲੱਗੂਗਾ ਵੀ ਲੋਕ ਇਹਨੂੰ ਪੁੱਛਣਗੇ, ਜਵਾਬ ਵੀ ਤੈਨੂੰ ਬਣਾਇਆ ਕਿਹੜੇ ਕੰਮ ਨਹੀਂ ਸੀ, ਕਿਹੜਾ ਕੰਮ ਲਈ ਬਣਾਇਆ ਸੀਗਾ। ਲੋਕ ਮਨ ਮੜਾਈ ਬੈਠੇ ਨੇ ਵੀ ਅਸੀਂ ਕਿਸੇ ਕੀਮਤ 'ਤੇ ਵੀ ਲਖਵੀਰ ਸਿੰਘ ਲੱਖਾ ਨੂੰ ਵਿਧਾਨ ਸਭਾ ਨਹੀਂ ਭੇਜਣਾ। ਤੁਸੀਂ ਅਕਾਲੀ ਪਾਰਟੀ ਨੂੰ ਮਜ਼ਬੂਤ ਕਰੋ, ਉਹਦੇ ਵਿੱਚ ਲੱਗਦਾ ਕੰਮ ਥੋੜ੍ਹਾ ਕਰ ਲਓ, ਲੇਕਿਨ ਆਪਣਾ ਕੰਮ ਸਿੰਸੀਅਰਲੀ ਕਰੋ। ਔਰ ਜਿਹੜੀ ਇਹ ਬਿਆਨਬਾਜ਼ੀ ਗਲਤ ਕਰਦੇ ਇਹਨੂੰ ਇਹ ਕਰੋ ਨਾ, ਇੱਦਾਂ ਕਹਿਣ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ। ਜਾਂ ਤਾਂ ਕੰਮ ਕਰਕੇ ਦਿਖਾ ਦਿਓ, ਫਿਰ ਕਰੋ ਕੰਮ। ਇਕੱਲੇ ਅਖਬਾਰਾਂ ਖਬਰ ਲਾਉਣ ਨਹੀਂ ਬਣਨਾ, ਇਕੱਲੇ ਅਖਬਾਰਾਂ ਖਬਰ ਲਾਉਣੇ, ਕੰਮ ਕਰਨ, ਕੰਮ ਕਰ ਦਿਖਾਉਣ, ਜਿਤਾਉਣ। ਕਿਸਾਨਾਂ ਪ੍ਰਤੀ ਤੁਹਾਡੇ ਹਮਦਰਦੀ ਆ ਦਿਲ ਦੇ ਵਿੱਚੋਂ ਉੱਠ ਰਹੀ ਆ ਵੀ ਉੱਥੇ ਬਰੂਹਾਂ ਦੇ ਉੱਤੇ ਬੈਠੇ ਨੇ, ਤੇ ਕਿਸਾਨ ਇਹ ਕਹਿੰਦੇ ਨੇ ਵੀ ਜਦ ਤੱਕ ਸਾਡੇ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਚਾਹੇ ਕਿ ਕਿਸੇ ਵੀ ਪਾਰਟੀ ਦਾ ਇਹ ਕੋਈ ਲੀਡਰ ਆ, ਵੀ ਉਹ ਅਸੀਂ ਕੋਈ ਉਹਨਾਂ ਦੇ ਵੋਟ ਨਹੀਂ ਲਾਉਣ ਦੇਣੇ ਤੇ ਕੋਈ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ। ਇਹ ਕਾਂਗਰਸ ਹੋ ਗਈ ਜਾਂ ਆਮ ਆਦਮੀ ਪਾਰਟੀ ਹੋ ਗਈ, ਉਹਨਾਂ ਦਾ ਕਹਿਣਾ ਵੀ ਜਿਹੜੀ 0 ਆ +0 ਨੈਵਰ ਬਿਕਮ ਹੀਰੋ, ਵੀ ਉਹਨਾਂ ਨੂੰ ਲੱਗਦਾ ਵੀ ਕਿਤੇ ਇਹ ਦੋਨੇ ਪਾਰਟੀਆਂ ਵੀ 0 ਨੇ, ਇੱਕ ਦੂਜੇ ਦਾ ਸਹਾਰਾ ਬਣ ਕੇ ਇਹ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜੀ। ਮੈਂ ਮਨਪ੍ਰੀਤ ਸਿੰਘ ਦੇਸ਼ ਦੁਨੀਆ ਚੈਨਲ ਤੋਂ, ਸਾਡੇ ਵਿੱਚ ਹਲਕਾ ਪੈਲ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਇੰਚਾਰਜ ਈਸਰ ਸਿੰਘ ਮਿਹਰਬਾਨ ਨੇ 25 ਸਾਲਾਂ ਬਾਅਦ ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਸਪਾ ਦਾ ਗੱਠਜੋੜ ਹੋਇਆ, ਉਹਨਾਂ ਦੇ ਸੰਬੰਧ ਦੇ ਵਿੱਚ ਆਓ ਆਪਾਂ ਇਹਨਾਂ ਨਾਲ ਵਿਚਾਰਾਂ ਕਰਦੇ ਹਾਂ। ਮਿਹਰਬਾਨ ਜੀ, ਦੇਸ਼ ਦੁਨੀਆ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਭ ਤੋਂ ਪਹਿਲਾਂ ਮੈਂ ਦੇਸ਼ ਦੁਨੀਆ
ਦੇ ਚੈਨਲ ਦੇ ਸਤਿਕਾਰਯੋਗ ਸਾਰੇ ਇਹਨਾਂ ਦੇ ਜੋ ਕਾਰਜਕਰਤਾ ਨੇ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਮੈਨੂੰ ਸਾਡੇ ਪੰਜਾਬ ਹਿੰਦੁਸਤਾਨ ਤੇ ਦੁਨੀਆ ਦੇ ਵਿੱਚ ਸਾਡੇ ਜੋ ਕਿ ਸਾਡੇ ਹਿੰਦੁਸਤਾਨ ਦੇ ਵਸਿੰਦੇ ਬੈਠੇ ਨੇ ਉਹਨਾਂ ਦੇ ਨਾਲ ਅੱਜ 2-4 ਗੱਲਾਂ ਕਰਨ ਦਾ ਮੈਨੂੰ ਮੌਕਾ ਦਿੱਤਾ ਦੇਸ਼ ਦੁਨੀਆ ਰਾਹੀਂ। ਤੇ ਤੁਹਾਨੂੰ ਸਾਰਿਆਂ ਪਹਿਲਾਂ ਮੇਰੀ ਫਤਿਹ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਿਹਰਬਾਨ ਸਾਹਿਬ, ਇਤਿਹਾਸਿਕ ਗੱਠਜੋੜ ਹੋਇਆ ਜੀ ਸ਼੍ਰੋਮਣੀ ਅਕਾਲੀ ਦਲ ਦਾ ਤੇ ਬਸਪਾ ਦਾ। ਇਹਦੇ ਬਾਰੇ ਵਿੱਚ ਤੁਹਾਡਾ ਇਸ ਗੱਠਜੋੜ ਨੂੰ ਲੈ ਕੇ ਕੀ ਵਿਚਾਰ ਨੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਠਜੋੜ ਕਿੰਨਾ ਕਾਮਯਾਬ ਰਹੂਗਾ ਤੇ ਕੀ ਇਹ ਤੁਸੀਂ ਸਰਕਾਰ ਬਣਾ ਲਓਗੇ ਤੇ ਇਹਦੇ ਤੁਸੀਂ ਪਿੰਡਾਂ ਵਿੱਚ ਜਾਂਦੇ ਹੋ ਤੇ ਕਿੰਨਾ ਕੁ ਉਤਸ਼ਾਹ ਤੁਹਾਨੂੰ ਗੱਠਜੋੜ ਪ੍ਰਤੀ ਮਿਲ ਰਿਹਾ ਜੀ? ਮਨਪ੍ਰੀਤ ਜੀ, ਜਿਹੜਾ ਇਹ ਸਾਡਾ ਗੱਠਜੋੜ ਹੋਇਆ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦਾ, ਮੈਂ ਕਹਿੰਦਾ ਬਹੁਤ ਵਧੀਆ। ਅੱਜ ਮੌਕੇ ਮੁਤਾਬਕ ਜੋ ਫੈਸਲਾ ਸਾਡੀ ਹਾਈ ਕਮਾਂਡ ਨੇ ਸਾਹਿਬ ਸੁਖਬੀਰ ਬਾਦਲ ਜੀ ਉਹਨਾਂ ਨੇ ਔਰ ਸਾਡੀ ਭੈਣ ਬੀਬੀ ਮਾਇਆਵਤੀ ਜੋ ਲਿਆ, ਇਹ ਬਹੁਤ ਵਧੀਆ ਮੌਕੇ 'ਤੇ ਫੈਸਲਾ ਔਰ ਸ਼ਲਾਘਾਯੋਗ ਫੈਸਲਾ ਹੈ। ਕਿਉਂ ਇਸ ਕਰਕੇ ਕਿਉਂਕਿ ਸਾਡੀ ਦੋਨਾਂ ਪਾਰਟੀਆਂ ਦੀ ਜੋ ਸਹੀ ਮੈंने ਦੇਖਿਆ ਕਿ ਆਪਸ ਵਿੱਚ ਵਿਚਾਰਧਾਰਾ ਮਿਲਦੀ ਹੈ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਉਹਨਾਂ ਨੇ ਖਾਲਸਾ ਸਾਜਿਆ। ਖਾਲਸਾ ਸਾਜ ਕੇ ਜਦ 5 ਪਿਆਰੇ ਸਾਜੇ, ਉਹਨਾਂ ਨੇ ਸਾਰਿਆਂ ਨੂੰ ਜਾਤ ਪਾਤ ਤੋਂ ਰਹਿਤ ਕਰਤਾ ਔਰ 10ਵੇਂ ਪਾਤਸ਼ਾਹ ਦੀ ਉਹਨਾਂ ਨੇ ਕਿਰਪਾ ਇੰਨੀ ਕੀਤੀ ਕਿ ਜਿਸ ਵਕਤ 9ਵੇਂ ਪਾਤਸ਼ਾਹ ਜੀ ਦਾ ਸੀਸ ਭਾਈ ਜੈਤਾ ਜੀ ਲੈ ਕੇ ਸ੍ਰੀ ਅਨੰਦਪੁਰ ਸਾਹਿਬ ਆਏ ਤੇ ਉਹਨਾਂ ਨੇ ਉਸ ਮੌਕੇ ਭਾਈ ਜੈਤਾ ਨੂੰ ਇੱਕ ਨਾਲ ਲਾ ਕੇ ਕਿਹਾ, ਰੰਗਰੇਟਾ ਗੁਰੂ ਕਾ ਬੇਟਾ। ਔਰ ਚਮਕੌਰ ਦੀ ਗੜੀ ਸ੍ਰੀ ਚਮਕੌਰ ਸਾਹਿਬ ਵਿਖੇ ਜਦੋਂ ਕੋਈ ਜੰਗ ਲੱਗੀ ਉਸ ਮੌਕੇ ਔਰ ਬਹੁਤ ਘੱਟ ਗਿਣਤੀ ਸਿੱਖ ਸਨ ਗੁਰੂ ਸਾਹਿਬਾਂ ਦੇ ਨਾਲ ਤੇ ਲੱਖਾਂ ਦੀ ਤਾਦਾਦ ਮੁਗਲ ਸੈਨਾ ਸੀ। ਬੜਾ ਡਟ ਕੇ ਮੁਕਾਬਲਾ ਕੀਤਾ, ਬੜੇ ਇਹਨਾਂ ਨੇ ਉਹਨਾਂ ਦੇ ਆਹੂ ਲਾਏ। ਲੇਕਿਨ ਉਸ ਵਕਤ ਹਾਲਾਤ ਇਹ ਸੀ, ਸਾਰੇ ਸਾਥੀਆਂ ਨੇ ਸਿੰਘਾਂ ਨੇ ਗੁਰੂ ਜੀ ਨੂੰ ਬੇਨਤੀ ਕੀਤੀ ਵੀ ਗੁਰੂ ਸਾਹਿਬਾਨ ਜੀ ਤੁਹਾਡੀ ਬਹੁਤ ਲੋੜ ਹੈ, ਅਸੀਂ ਲੜਾਈ ਲੜਾਂਗੇ ਜੰਗ 'ਚ ਔਰ ਅਖੀਰ ਤੱਕ ਲੜਦੇ ਰਹਾਂਗੇ, ਤੁਸੀਂ ਕਿਰਪਾ ਕਰਕੇ ਵੀ ਤੁਸੀਂ ਅੱਗੇ ਚੱਲੋ, ਤੁਹਾਡੀ ਬਹੁਤ ਲੋੜ ਹੈ। ਤੁਸੀਂ ਉਸ ਵਕਤ ਉਹਨਾਂ ਨੇ ਭਾਈ ਸੰਗ ਸਿੰਘ ਦੇ ਸਿਰ ਤੇ ਕਲਗੀ ਸਜਾਈ ਸੀ। ਇਹ ਗਰੀਬ ਪਰਿਵਾਰ ਨੂੰ ਬਹੁਤ ਬੜਾ ਮਾਣ ਦਿੱਤਾ। ਅੱਜ ਉਹ ਗਰੀਬ ਪਰਿਵਾਰ ਨੂੰ ਮੈਂ ਸਹੀ ਮੈਨੇ ਸਮਝਦਾ ਕਿ ਸੰਵਿਧਾਨਕ ਤੌਰ ਤੇ ਬਾਬਾ BR ਅੰਬੇਦਕਰ ਜੀ ਨੇ ਜੋ ਕਨਸਟੀਟਿਊਸ਼ਨ ਜਦ ਕਿ ਬਣਿਆ, ਕਿਉਂਕਿ ਚੇਅਰਮੈਨ ਸਨ ਉਹ ਕਨਸਟੀਟਿਊਸ਼ਨ ਬਣਾਉਣ ਦੇ, ਕਮੇਟੀ ਮੈਂਬਰ ਹੋਰ ਵੀ ਸਨ, ਲੇਕਿਨ ਉਹਨਾਂ ਨੇ ਜੋ ਉਸ ਵਕਤ ਕਨਸਟੀਟਿਊਸ਼ਨ ਬਣਾਇਆ ਹਿੰਦੁਸਤਾਨ ਦਾ, ਸਾਰਿਆਂ ਨੂੰ ਬਰਾਬਰ ਦੇ ਹੱਕ ਦਿੱਤੇ ਨੇ, ਇਕੁਐਲਿਟੀ ਦਿੱਤੀ ਆ, ਬੋਲਣ ਦਾ ਹੱਕ ਦਿੱਤਾ, ਇਲੈਕਸ਼ਨ ਲੜਨ ਦਾ ਹੱਕ ਦਿੱਤਾ, ਪੜ੍ਹਨ ਦਾ, ਬੋਲਣ ਦਾ, ਖਰੀਦ ਫਰੋਖਤ ਦਾ, ਈਵਨ ਜ਼ਮੀਨ ਦਾ ਖਰੀਦਣ ਦਾ ਹੱਕ ਦਿੱਤਾ। ਕੋਈ ਸਮਾਂ ਜਿਸ ਵਿੱਚ ਹਿੰਦੁਸਤਾਨ ਆਜ਼ਾਦ ਨਹੀਂ ਹੋਇਆ, ਉਸ ਵਕਤ ਗਰੀਬ ਪਰਿਵਾਰਾਂ ਨੂੰ ਆਪਣੇ ਰਹਿਣ ਸਵੇਰੇ ਵਾਸਤੇ ਇੱਕ ਮਕਾਨ ਵੀ ਲੈਣ ਦੀ ਉਹਨਾਂ ਨੂੰ ਕਾਨੂੰਨੀ ਤੌਰ ਤੇ ਇਜਾਜ਼ਤ ਨਹੀਂ ਸੀ। ਤਾਂ ਮੈਂ ਸਮਝਦਾ ਜੋ ਅੱਜ ਗੱਠਜੋੜ ਹੋਇਆ, ਇਸ ਗੱਲ ਦੇ ਸਾਡੇ ਮਾਨਯੋਗ ਸਾਹਿਬ ਸੁਖਬੀਰ ਬਾਦਲ ਦੀ ਬੀਬੀ ਮਾਇਆਵਤੀ ਵਧਾਈ ਦੇ ਪਾਤਰ ਨੇ ਔਰ ਇਹ ਗੱਠਜੋੜ 'ਚ ਬਹੁਤ ਵਧੀਆ ਖੁਸ਼ੀ ਦੀ ਲਹਿਰ ਗਈ ਹੈ ਸਾਰੇ ਪੰਜਾਬ ਵਿੱਚ ਔਰ ਖਾਸ ਕਰ ਸਾਡੇ ਪੈਲ ਹਲਕੇ ਦੇ ਵਿੱਚ। ਅੱਜ ਅਸੀਂ ਪਿੰਡ ਪਿੰਡ ਜਾ ਰਹੇ ਹਾਂ ਔਰ ਸਤਿਕਾਰਯੋਗ ਸਾਡਾ ਜਸਪ੍ਰੀਤ ਸਿੰਘ ਜੋ ਸਾਡੇ ਸੰਭਾਵੀ ਉਮੀਦਵਾਰ ਨੇ ਬਹੁਤ ਸਮਾਜ ਪਾਰਟੀ, ਉਹ ਵੀ ਨਾਲ ਹੁੰਦੇ ਨੇ। ਕਿਤੇ ਅਸੀਂ ਇਕੱਠੇ ਹੁੰਦੇ ਹਾਂ, ਕਿਤੇ ਅਸੀਂ ਅਲੱਗ-ਅਲੱਗ ਚੱਲਦੇ ਹਾਂ, ਲੇਕਿਨ ਹਰ ਜਗ੍ਹਾ ਜਾ ਕੇ ਬੜਾ ਭਰਵਾਂ ਹੁੰਗਾਰਾ ਮਿਲਦਾ ਔਰ ਲੋਕ ਤਕੜੇ ਹੋ ਕੇ ਕਾਂਗਰਸ ਨੂੰ ਚੱਲਦਾ ਕਰਨਗੇ, ਕਿਉਂਕਿ ਕਾਂਗਰਸ ਦਾ ਜਮਾਲੀ ਤੇ ਜਿਹੜਾ ਇਹਨਾਂ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਅਦੇ ਕਰਕੇ ਮੁੱਖਿਆ ਰਿਹਾ, ਹੁਣ ਸਮਾਂ ਕਿ ਜਿੰਨੇ ਮਰਜ਼ੀ ਇਹ ਕਹਿ ਲਵੇ, ਜਿੰਨੀ ਮਰਜ਼ੀ ਸਹੂਲਤਾਂ ਦੇ ਲਵੇ, ਲੇਕਿਨ ਲੋਕ ਕਿਸੇ ਕੀਮਤ 'ਤੇ ਵੀ ਕਾਂਗਰਸ ਪਾਰਟੀ ਨੂੰ ਮੁੜ ਕੇ ਸੇਵਾ ਨਹੀਂ ਲਾਉਣਗੇ ਔਰ ਸ਼੍ਰੋਮਣੀ ਅਕਾਲੀ ਦਲ ਸਾਹਿਬ ਸੁਖਬੀਰ ਬਾਦਲ ਦੇ ਕੀਤੇ ਹੋਏ ਕੰਮਾਂ ਨੂੰ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇ ਕੀਤੇ ਕੰਮਾਂ ਨੂੰ ਲੋਕ ਯਾਦ ਕਰਦੇ ਨੇ। ਅੱਜ ਇਹ ਜੇ ਗੱਠਜੋੜ ਹੋਇਆ ਤਾਂ ਮੈਂ ਸਮਝਦਾ ਕਿ ਗੱਠਜੋੜ ਬੜੀ ਕਾਮਯਾਬੀ ਨਾਲ ਅਸੀਂ ਪੈਲ ਤੋਂ ਇੱਥੋਂ ਜਿੱਤਾਂਗੇ ਔਰ ਪੰਜਾਬ ਦੇ ਵਿੱਚ ਮਾਨਯੋਗ ਸਾਹਿਬ ਸੁਖਬੀਰ ਬਾਦਲ ਦੀ ਮੁੱਖ ਮੰਤਰੀ ਬਣ ਗਏ ਔਰ ਸਾਡੀ ਗੱਠਜੋੜ ਦੀ ਸਰਕਾਰ ਲਾਜ਼ਮੀ ਬਣੂਗੀ। ਮਿਹਰਬਾਨ ਜੀ, ਤੁਸੀਂ ਗੱਲ ਕੀਤੀ ਆ ਇਤਿਹਾਸਕ ਗੱਠਜੋੜ ਦੀ ਤੇ ਨਾਲ ਗੱਲ ਕੀਤੀ ਆ ਗੁਰੂ ਸਾਹਿਬਾਨਾਂ ਦੀ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਸਮਾਨਤਾ ਦਿੱਤੀ ਆ, ਬਰਾਬਰਤਾ ਦਿੱਤੀ ਆ, ਪਾੜਾ ਦੂਰ ਕਰਕੇ ਸਾਨੂੰ ਇੱਕ ਪਲੇਟਫਾਰਮ ਦਿੱਤਾ, ਇਕੱਠੇ ਹੋਇਆ ਅਸੀਂ। ਜਦੋਂ ਤੁਹਾਡਾ ਗੱਠਜੋੜ ਬਣਿਆ, ਜਿਸ ਤਰ੍ਹਾਂ ਸੰਸਦ ਮੈਂਬਰ ਨਵਨੀਤ ਸਿੰਘ ਬਿੱਟੂ ਨੇ ਉਹਨਾਂ ਦਾ ਇੱਕ ਬਿਆਨ ਆਇਆ
ਕਿ ਚਮਕੌਰ ਸਾਹਿਬ ਦੀ ਸੀਟ ਜਾਂ ਸ੍ਰੀ ਆਨੰਦ ਸਾਹਿਬ ਦੀ ਸੀਟ ਤੋਂ ਜਿਹੜੇ ਦਿੱਤੀ ਗਈ ਹੈ ਤੁਹਾਨੂੰ ਬਸਪਾ ਨੂੰ ਦੇ ਦਿੱਤੀ ਗਈ ਇੱਕ ਆਪਵਿੱਤਰ ਸੀਟ ਜਾਂ ਪਵਿੱਤਰ ਸੀਟ, ਸੂਤ ਜਾਂ ਅਸੂਤ ਦੇ ਬਿਆਨ, ਇਹਨਾਂ ਨੂੰ ਤੁਸੀਂ ਕੀ ਸਮਝਦੇ ਹੋ ਕਿ ਇਹ ਇਦਾਂ ਦੇ ਬਿਆਨ ਨੇ ਜਿਹੜੇ ਇਹ ਸੂਝਵਾਨ ਲੀਡਰਾਂ ਨੂੰ ਚੰਗੇ ਜਾਂ ਸ਼ੋਭਦੇ ਨੇ ਜੀ? ਇਹ ਸਤਿਕਾਰਯੋਗ ਸਾਹਿਬ ਰਮਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਨੇ ਤੀਜੀ ਵਾਰੀ ਬਣੇ ਨੇ ਔਰ ਇੱਕ ਆਪ ਸਿੱਖ ਪਰਿਵਾਰ ਨਾਲ ਸੰਬੰਧਿਤ ਨੇ, ਤੇ ਮੈਂ ਤਾਂ ਬੜਾ ਹੈਰਾਨ ਹੈ ਵੀ ਉਸ ਪਵਿੱਤਰ ਧਰਤੀ ਸ੍ਰੀ ਅਨੰਦਪੁਰ ਸਾਹਿਬ ਜੀ ਤੋਂ MP ਬਣੇ, ਪਹਿਲਾਂ ਉੱਥੇ ਰਹੇ ਨੇ, ਸਜਦਾ ਕੀਤਾ ਅਕਾਲਪੁਰ ਨੂੰ, ਆਸ਼ੀਰਵਾਦਾਂ ਲਈਆਂ, MP ਬਣ ਗਏ ਨੇ। ਤਾਂ ਮੈਂ ਹੈਰਾਨ ਹਾਂ ਵੀ ਇਹਨੂੰ ਸਿਆਸਤ ਦਾ ਨਹੀਂ ਪਤਾ। ਸਿਆਸਤ 'ਚ ਆ ਕੇ ਮੈਂ ਸਮਝਦਾ ਬਹੁਤ ਕੁਝ ਸੋਚ ਕੇ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਗੱਲ ਇੱਥੇ ਨਹੀਂ ਜਿਹੜੀ ਬਹੁਤ ਦੁੱਖ ਜਾਣੀ ਆ। ਔਰ ਇੱਕ ਜ਼ਿੰਮੇਵਾਰ ਮੈਂਬਰ ਪਾਰਲੀਮੈਂਟ ਹੋਵੇ ਔਰ ਇਹ ਗੱਲਾਂ ਕਰੇ, ਬਹੁਤ ਉਹਨਾਂ ਗੱਲਾਂ ਦੇ ਨਾਲ ਮੈਂ ਸਮਝਦਾ ਬੜੀ ਨਿੰਦਣਯੋਗ ਨੇ, ਕਿਉਂਕਿ ਉਹਨਾਂ ਨੇ ਇੱਕ ਸ਼ਬਦ ਇਹ ਕਹਿਤਾ ਵੀ ਸ੍ਰੀ ਅਨੰਦਪੁਰ ਸਾਹਿਬ ਦੀ ਸੀਟ ਤੇ ਸ੍ਰੀ ਚਮਕੌਰ ਸੀਟਾਂ ਦੋਨੇ ਪਵਿੱਤਰ ਸੀਟਾਂ ਨੇ, ਜਿਹਨੇ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹ ਜੋ ਗੱਠਜੋੜ ਬਣਨ ਤੋਂ ਬਾਅਦ ਬਹੁਜਨ ਸਮਾਜ ਪਾਰਟੀ ਦੇ ਦਿੱਤੀ। ਇਹਦਾ ਮਤਲਬ ਜਿਹੜੇ ਬਹੁਜਨ ਸਮਾਜ ਪਾਰਟੀ ਦੇ ਮੈਂਬਰ ਨੇ ਉਹ ਅਪਵਿੱਤਰ ਨੇ। ਇਸ ਗੱਲ ਦਾ ਸਾਡੇ ਸਾਰਿਆਂ ਨੂੰ ਇਹਦੇ ਸਾਰੀਆਂ ਧਾਰਮਿਕ ਭਾਵਨਾਵਾਂ ਸੀ ਉਹਨਾਂ ਬਹੁਤ ਬੜੀ ਠੇਸ ਪਹੁੰਚੀ ਆ, ਉਹ ਬੜਾ ਦੁੱਖ ਲੱਗਿਆ ਇਸ ਗੱਲ ਦਾ। ਔਰ ਇਹਦੇ ਸੰਬੰਧ ਵਿੱਚ ਸਾਡੇ ਗੱਠਜੋੜ ਦੇ ਸਮੁੱਚੇ ਤੌਰ 'ਤੇ ਫਾਇਦਾ ਸੁਖੀ ਬਾਦਲੀ ਉਹਨਾਂ ਨੇ ਵੀ ਬਾਦਲੀਆਂ ਨੇ ਕਿ ਅਸੀਂ ਇਸ ਦੇ ਖਿਲਾਫ ਅਸੀਂ ਹਰ ਤਹਿਸੀਲ ਲੈਵਲ 'ਤੇ DSP ਨੂੰ ਕੰਪਲੇਂਟਾਂ ਦਿੱਤੀਆਂ ਵੀ ਦਰਜ ਕਰੋ ਸ਼ਿਕਾਇਤ ਦੇ ਖਿਲਾਫ, SC ਐਕਟ ਦੇ ਤਹਿਤ ਪਰਚਾ ਦਰਜ ਕਰੋ, ਔਰ ਜੋ ਸਾਡੀਆਂ ਧਾਰ ਭਾਵਾਂ ਦੇ ਠੇਸ ਪਹੁੰਚੀ ਉਹਦੇ ਖਿਲਾਫ ਬਿੱਟੂ ਨੇ ਪਾਈਆਂ ਨੇ ਉਹਦੇ ਪਰਚਾ ਕਰੋ। ਪਰ ਕੱਲ੍ਹ ਜੋ SC ਕਮਿਸ਼ਨ ਪੰਜਾਬ ਦਾ ਉਹਦੇ ਚੇਅਰਮੈਨ ਸਾਹਿਬ ਨੇ ਉਹਨੂੰ ਬੁਲਾਇਆ ਸੀਗਾ, ਉੱਥੇ ਰਮਨੀਤ ਬਿੱਟੂ ਨੇ ਕਿਹਾ ਵੀ ਮੈਂ ਮਾਫੀ ਮੰਗਦਾ, ਮੇਰੇ ਤੋਂ ਇਹ ਸ਼ਬਦ ਮੈਂ ਮਾਫੀ ਮੰਗਦਾ। ਇਹ ਮਾਫੀ ਮੰਗਦਾ ਇਹ ਕਹਿ ਦਿੱਤੀ ਆ, ਜਦ ਤੱਕ ਇਹ ਲਿਖਤੀ ਤੌਰ 'ਤੇ ਨਹੀਂ ਦਿੰਦਾ ਉਸ ਵਕਤ ਮੈਂ ਨਹੀਂ ਸਮਝਦਾ ਕਿ ਮਾਫੀ ਮੰਨੀ ਜਾਊਗੀ ਜਾਂ ਨਹੀਂ ਮੰਨੀ ਜਾਊਗੀ। ਪਰ ਦੇਖਣਾ ਕਮਿਸ਼ਨ ਨੇ ਆ। ਪਰ ਜੋ ਸਾਨੂੰ ਦਿਖਦਾ ਗਾ ਇਹ ਗੱਲਾਂ ਕਹਿਣ ਦੀਆਂ ਕੋਈ ਸਿਆਸੀ ਬੰਦੇ ਮਗਰੋਂ ਕਹਿ ਲੈਂਦੇ ਨੇ ਜੀ ਮੋੜ ਤਰੋੜ ਕੇ ਮੇਰੇ ਤੋਂ ਕਹਾਤਾ, ਮੋੜ ਤਰੋੜ ਕੇ ਮੀਡੀਆ ਨੇ ਲਾ ਦਿੱਤਾ। ਤੋ ਸਹੀ ਮੈਨੂੰ ਤੇ ਮੈਂ ਸਮਝਦਾ ਮਾਫੀ ਤਾਂ ਹੀ ਮੰਗੀ ਜਾਊਗੀ, ਮੰਨੀ ਜਾਊਗੀ ਜੇ ਲਿਖ ਕੇ ਦਊਗਾ। ਲਿਖ ਕੇ ਦੇਖ ਲੈਣਾ ਫਿਰ ਕੀ ਹੋਊਗਾ। ਹਲਕਾ ਪਹਿਲ ਤੋਂ ਗੱਠਜੋੜ ਦੀ ਗੱਲ ਕਰੀਏ ਵੀ ਜਿਸ ਤਰ੍ਹਾਂ ਜਸਪ੍ਰੀਤ ਨੇ ਆਪਣੇ ਜਾ ਰਹੇ ਨੇ ਪਿੰਡਾਂ ਦੇ ਵਿੱਚ ਜਾ ਰਹੇ ਨੇ ਤੇ ਉਹਨਾਂ ਦੇ ਵਿਰੁੱਧ ਆਪਣੇ ਲੱਖਾ ਜੀ ਨੇ, ਵਿਧਾਇਕ ਲੱਖਾ ਜੀ ਨੇ, ਉਹਨਾਂ ਕੋਲ ਜ਼ਿਆਦਾ ਐਕਸਪੀਰੀਅੰਸ ਆ। ਤੁਹਾਨੂੰ ਕੀ ਲੱਗਦਾ ਵੀ ਐਸ ਕੰਪੇਅਰ ਟੂ ਵਿਧਾਇਕ ਲੱਖਾ ਸਿੰਘ ਜੀ ਤੇ ਜਸਪ੍ਰੀਤ ਸਿੰਘ ਜੀ ਇਹਨੂੰ ਕਵਰ ਕਰ ਸਕਣਗੇ ਜੀ? ਦੇਖੋ ਸਰਦਾਰ ਜਸਪ੍ਰੀਤ ਸਿੰਘ ਜੋ ਉਹ ਡਾਕਟਰ ਨੇ, ਕੁਆਲੀਫਾਈਡ ਨੇ, ਉਹਨਾਂ ਦਾ ਪਰਿਵਾਰ ਪੜ੍ਹਿਆ ਲਿਖਿਆ, ਸਾਰੇ ਡਾਕਟਰ ਨੇ, ਮੋਸਟਲੀ ਸਾਰੇ ਡਾਕਟਰ ਨੇ, ਔਰ ਪੜ੍ਹਾਈ ਬੰਨੇ ਕੋਈ ਕਮੀ ਨਹੀਂ, ਬੜੇ ਸੂਝਵਾਨ ਨੇ। ਉਹਨਾਂ ਨੇ ਆਪਣੀ ਪਾਰਟੀ ਰਹਿ ਕੇ ਇੱਥੇ ਹਲਕੇ ਦੇ ਵਿੱਚ ਉਹਨਾਂ ਨੇ ਆਪਣਾ ਕੰਮ ਕੀਤਾ। ਉਹਨਾਂ ਨੇ ਹਰ ਪਿੰਡ ਦੇ ਵਿੱਚ ਆਪਣੇ ਮਿਸ਼ਨ ਦੇ ਤਹਿਤ ਲੋਕਾਂ ਤੱਕ ਪਹਿਲਾਂ ਹੀ ਰਾਬਤਾ ਕਾਇਮ ਕੀਤਾ ਹੋਇਆ ਹੈਗਾ। ਹੁਣ ਅਸੀਂ ਦੋ ਜੁੜ ਗਏ ਹਾਂ, ਸ਼੍ਰੋਮਣੀ ਅਕਾਲੀ ਦਲ ਅਤੇ ਜਸਪ੍ਰੀਤ ਬਾਜਪਾ ਦਾ, ਔਰ ਬਿਲਕੁਲ ਸੀਟ ਲਾ ਦੀ ਜਿੱਤਾਂਗੇ। ਔਰ ਦੂਜੇ ਪਾਸਾ ਲਖਵੀਰ ਸਿੰਘ ਲੱਖਾ MLA ਨੇ, ਔਰ ਇਹਦੀ ਇੰਨੀ ਯਾਦ ਲੋਕ ਹੀ ਕਹਿੰਦੇ ਨੇ, ਲੋਕ ਇਹਨਾਂ ਬਾਰੇ ਜੋ ਸ਼ਬਦ ਕਹਿੰਦੇ ਨੇ ਤੁਸੀਂ ਉਹ ਸੁਣਦੇ ਹੀ ਹੋ ਵੀ ਇੱਥੇ ਸ਼ਰਾਬ ਜਿਹੜੀ ਮਰਜ਼ੀ ਲੈ ਲਓ, ਨਾਲੇ ਕਹਿਣਗੇ MLA ਲੈਣੀ ਆ ਕਿ ਕਿਹੜੀ ਲੈਣੀ ਆ। ਇੱਥੇ ਫੈਕਟਰੀਆਂ ਲਾਈਆਂ ਨਜਾਇਜ਼, ਉਹਨਾਂ ਦੇ ਬ੍ਰਾਂਡ 777 999 ਪੱਕੇ ਹੀ, ਜਿੱਥੇ ਮਰਜ਼ੀ ਟੈਲੀਫੋਨ ਕਰਕੇ ਅੱਜ ਮੰਗਾ ਲਓ, ਹੁਣ ਮੰਗਾ ਲਓ ਬੇਸ਼ੱਕ ਦੀ। ਇਹ ਕਿਹੜੇ ਬ੍ਰਾਂਡ ਨੇ ਜੀ 799? ਇਹ ਜਿਹੜੀਆਂ ਇਹਨਾਂ ਨੇ ਆਪਣੀ ਨਜਾਇਜ਼ ਫੈਕਟਰੀ ਸ਼ਰਾਬ ਦੀ ਲਾਈ ਸੀਗੀ ਸਰਕਾਰ ਨੇ, ਉਕਲੇ ਆਪਣੀ ਕੋਈ ਕਮੇਟੀ ਬਣਾ ਕੇ ਮਿਸਟਰਾਂ ਦੀ ਉਹ ਕੇ ਗੋਲ ਮੋਲ ਕਰਕੇ ਟਿਕਾ ਕੇ ਰੱਖ ਲਈ ਗਿਆ। ਇਹ ਤਾਂ ਬੜਾ ਦੁੱਖ ਆ, ਜਿੱਥੇ ਪੰਜਾਬ ਨੂੰ ਬਹੁਤ ਵੱਡਾ ਅਕਸਾਈ ਦੇ ਵਿੱਚ ਬਹੁਤ ਵੱਡਾ ਚੂਨਾ ਲੱਗਿਆ ਪੈਸੇ ਦਾ, ਔਰ ਇਹ ਲੋਕ ਹੁਣ ਤੱਕ ਨਹੀਂ ਹਟੇ। ਇਹਦੇ ਸ਼ਰਾਬਾਂ ਵੇਚਣ ਵਾਸਤੇ ਟਰੱਕਾਂ ਦੇ ਟਰੱਕ ਗਏ, ਔਰ ਇੱਥੇ ਦਰਾਹੇ ਫੜੇਗਾ ਟਰੱਕ ਰਾਤ ਨੂੰ। ਇੱਕ ਡਰਾਈਵਰ ਦੇ ਨਾਲ ਸ਼ਰਾਬ ਪਾ ਦੀ, ਡਰਾਈਵਰ ਦੀ ਕੀ ਕਪੈਸਿਟੀ ਹੈ ਵੀ ਇੱਕ ਟਰੱਕ ਸ਼ਰਾਬ ਦਾ ਨਜਾਇਜ਼ ਲੈ ਜਾਵੇ? ਡਰਾਈਵਰ ਦੀ ਕੋਈ ਕਪੈਸਿਟੀ ਨਹੀਂ। ਮੈਂ ਹੈਰਾਨ ਆ ਪ੍ਰਸ਼ਾਸਨ ਤੋਂ, ਮੈਂ ਹੈਰਾਨ ਆ ਪੰਜਾਬ ਦੀ ਪੁਲਿਸ ਤੋਂ, ਖਾਸ ਕਰ ਸਾਡੀ ਖੰਨੇ ਪੁਲਿਸ ਤੋਂ, ਜਿਨ੍ਹਾਂ ਨੇ ਉਸ ਵਕਤ ਜੋ ਟਰੱਕ ਰਾਜਗੜ੍ਹ ਕੋਲ ਫੜਿਆ ਗਿਆ ਰਾਤ ਨੂੰ, ਔਰ ਉਹਨੂੰ ਡਰਾਈਵਰ ਦੇ ਨਾਲ ਪਾ ਕੇ ਖਾਨਾ ਪੂਰੀ ਕਰਤਾ। ਅੱਜ ਪਹਿਲ ਹਲਕੇ ਵਿੱਚ ਸ਼ਰਾਬ ਪੱਖੋਂ ਦੀ ਨਜਾਇਜ਼ ਜਿਹੜੀ ਮਰਜ਼ੀ ਲੈ ਲਓ, ਜਿਹੜਾ ਮਰਜ਼ੀ ਚਿੱਟਾ ਲੈ ਲਓ,
ਉਹ ਕੁਆੜ ਦਾ ਕੰਮ ਇੰਨਾ ਖੋਲ ਕੇ ਰੱਖਿਆ, ਢਾਬੇ ਰੱਖੇ ਨੇ ਉੱਥੇ ਟਰੱਕਾਂ ਤੋਂ ਮਾਲ ਲਾ ਕੇ ਵੇਚ ਜਾਂਦਾ ਸਸਤੇ ਭਾਅ 'ਤੇ। ਔਰ ਮੈਂ ਹੈਰਾਨ ਆ ਵੀ ਇਹਨਾਂ ਕਰਕੇ ਇੱਕ ਨੁਮਾਇੰਦਾ ਹੋਵੇ, ਜਦ ਕਿ ਸਾਫ ਸੁਥਰਾ ਚਾਹੀਦਾ। ਇਹ ਇਕੱਲਾ ਪੈਸੇ ਨਾਲ ਨਹੀਂ ਬਣ ਸਕਦਾ। ਆਹ ਲੋਕ ਹੁਣ ਦੇਣਗੇ, ਹੁਣ ਜਾਓਗੇ ਨਾ ਲੋਕਾਂ ਦੇ ਕੋਲ, ਹੁਣ ਪਤਾ ਲੱਗੂਗਾ ਵੀ ਹਾਂ ਲੋਕ ਇਹਨੂੰ ਪੁੱਛਣਗੇ ਜਵਾਬ ਵੀ ਤੈਨੂੰ ਬਣਾਇਆ ਕਿਹੜੇ ਕੰਮ ਸੀ, ਕਿਹੜਾ ਕੰਮ ਨਹੀਂ ਬਣਾਇਆ ਸੀਗਾ। ਲੋਕ ਮਨ ਮਨਾਈ ਬੈਠੇ ਨੇ ਵੀ ਅਸੀਂ ਕਿਸੇ ਕੀਮਤ 'ਤੇ ਵੀ ਸਾਹ ਲਖਵੀਰ ਸਿੰਘ ਲੱਖਾ ਨੂੰ ਵਿਧਾਨ ਸਭਾ ਨਹੀਂ ਭੇਜਣਾ। ਔਰ ਜਸਪ੍ਰੀਤ ਸਾਡਾ ਜੋ ਸਾਂਝਾ ਉਮੀਦਵਾਰ ਆ, ਔਰ ਦੋਨੇ ਪਾਰਟੀਆਂ ਅਸੀਂ ਤਕੜੇ ਹੋ ਕੇ ਇਹਨੂੰ ਜਿਤਾ ਕੇ ਵਿਧਾਨ ਸਭਾ ਭੇਜਾਂਗੇ। ਔਰ ਸੁਖਬੀਰ ਬਾਦਲ ਨੂੰ ਸਾਡਾ ਮਨ ਦੀ ਚਾਹਨਾ ਮੁੱਖ ਮੰਤਰੀ ਦੇਖਣਾ ਚਾਹੁੰਦਾ, ਸਾਰਾ ਪੰਜਾਬ ਅਸੀਂ ਚਾਹੁੰਦੇ ਆਗੇ। ਸਿਆਸੀ ਮਾਰਨ ਦਾ ਇਹ ਕਹਿਣਾ ਵੀ ਜੇ ਇਹ ਜਿੱਤ ਹਲਕੇ ਦੇ ਵਿੱਚੋਂ ਕਰਨੀ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਜਿਹੜੇ ਟਕਸਾਲੀ ਵਰਕਰ ਨੇ ਉਹਨਾਂ ਦੇ ਨਾਲ ਨਾ ਕਿ ਉਹਨਾਂ ਨੂੰ ਨਾਲ ਚੱਲਣਾ ਪੈਣਾ। ਤੇ ਇਸ ਤਰ੍ਹਾਂ ਦੀਆਂ ਗੱਲਾਂ ਉੱਠ ਰਹੀਆਂ ਨੇ ਕਿ ਅਕਾਲੀ ਦਲ ਦੇ ਵਿੱਚ ਆਪੋ ਧਾੜਾ ਜਾਂ ਮਤਲਬ ਜਥੇ ਬਣੇ ਹੋਏ ਨੇ, ਆਪੋ ਆਪਣਾ ਇਹ ਡਫਲੀ ਵਜਾ ਰਹੇ ਨੇ ਜੀ। ਇਸ ਤਰ੍ਹਾਂ ਦੀ ਕੋਈ ਹੈ ਸਮੱਸਿਆ ਅਕਾਲੀ ਦਲ ਦੇ ਵਿੱਚ, ਹਲਕਾ ਪੈਲ ਦੇ ਵਿੱਚ ਦੇਖਣ ਨੂੰ ਮਿਲਦੀ ਹੈ ਜੀ? ਦੇਖੋ ਗੱਲ ਹੈ ਵੀ ਇਹ ਜਿਹੜੀ ਸਾਡੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਹੈ, ਜੋ ਸਾਡਾ ਸੰਵਿਧਾਨਕ ਤੌਰ 'ਤੇ ਜੋ ਬਣਿਆ ਪਾਰਟੀ ਜਿੰਨੀ ਜਥੇਬੰਦੀ ਬਣਦੀ ਹੈ, ਬਕਾਇਦਾ ਤੌਰ 'ਤੇ ਭਰਤੀ ਹੋਈ ਆ। ਅਕਾਲੀ ਦਲ ਦੇ ਮੈਂਬਰ ਬਣੇ ਨੇ, ਭਰਤੀ ਬਣਨ ਤੋਂ ਬਾਅਦ ਡੈਲੀਗੇਟ ਬਣੇ। ਡੈਲੀਗੇਟਾਂ ਤੋਂ ਬਾਅਦ ਡੈਲੀਗੇਟ ਨੇ ਆਪਣੇ ਹਲਕਾ ਸਰਕਲ ਦੇ ਸਾਡੇ 6 ਸਰਕਲ ਨੇ ਜੱਥਾ ਸੁਣੇ ਨੇ। ਉਸ ਤੋਂ ਬਾਅਦ ਉਹਨਾਂ ਦੇ ਸਰਕਲ ਦੇ ਜਾ ਕੇ ਜ਼ਿਲ੍ਹੇ ਪ੍ਰਧਾਨ ਚੁਣਿਆ। ਜਿਹੜੇ ਅਸੀਂ ਪ੍ਰਦੇਸ਼ ਵਿੱਚ ਗਏ ਸੀ, ਅਸੀਂ ਆ ਕੇ ਮਾਨਜੋਤ ਸੁਖੀਵਾਲ ਨਹੀਂ ਚੁਣਿਆ। ਇਹ ਸਿਸਟਮ ਮੁਤਾਬਕ ਚੁਣੇ ਗਏ ਨੇ, ਇਹ ਨੋਮੀਨੇਟ ਕੋਈ ਨਹੀਂ ਹੈਗਾ। ਜਿਹੜੇ ਅੱਜ ਗੱਲਾਂ ਕਰਦੇ ਨੇ ਉਸ ਵਕਤ ਭਰਤੀ ਕੀਤੀ ਨਹੀਂ, ਉਸ ਵਕਤ ਇਹਨੇ ਖੜਾ ਲਵਾਈਆਂ ਸੀਗੀਆਂ, ਉਸ ਵਕਤ ਭਰਤੀ ਨਹੀਂ ਕੀਤੀ। ਭਰਤੀ ਕਰਕੇ ਡੈਲੀਗੇਟ ਬਣਾਉਂਦੇ, ਵੋਟਾਂ ਪਵਾ ਲੈਂਦੇ। ਇਹਨਾਂ ਦੀ ਭਰਤੀ ਹੈ ਨਹੀਂ ਬਰਾਬਰ। ਭਾਰਤੀ ਦੇ ਆਧਾਰ ਤੇ ਸਾਡੇ ਸਰਕ ਜੱਥੇ ਬਣੇ ਨੇ, ਨੋਮੀਨੇਟ ਕੋਈ ਨਹੀਂ ਹੋਇਆ। ਜਿਹੜੀਆਂ ਅੱਜ ਗੱਲਾਂ ਕਰਦੇ ਲੋਕ ਚੰਦ ਬੰਦੇ ਹੈਗੇ ਨੇ, ਇਹਨਾਂ ਦੀਆਂ ਗਤੀਵਿਧੀਆਂ ਪਹਿਲਾਂ ਹੀ ਪਾਰਟੀ ਵਿਰੋਧੀ ਰਹੀਆਂ ਨੇ ਤੇ ਹੁਣ ਵੀ ਵਿਰੋਧੀ ਨੇ। ਅਸੀਂ ਇਹਨਾਂ ਨੂੰ ਇਹ ਕਹਿੰਦੇ ਆ ਵੀ ਤੁਸੀਂ ਸ਼੍ਰੋਮਣੀ ਅਕਾਲੀ ਦਲ, ਮੈਂ ਪਹਿਲਾਂ ਵੀ ਕਿ ਹੁਣ ਵੀ ਕਿਹਾ ਵੀ ਤੁਸੀਂ ਅਕਾਲੀ ਪਾਰਟੀ ਨੂੰ ਮਜ਼ਬੂਤ ਕਰੋ, ਉਹਦੇ ਵਿੱਚ ਲੱਗਦਾ ਕੰਮ ਥੋੜਾ ਕਰ ਲਓ, ਲੇਕਿਨ ਆਪਣਾ ਕੰਮ ਸਿੰਸੀਅਰਲੀ ਕਰੋ। ਔਰ ਜਿਹੜੀ ਇਹ ਬਿਆਨਬਾਜ਼ੀ ਗਲਤ ਕਰਦੇ ਇਹਨੂੰ ਇਹ ਕਰੋ ਨਾ, ਇੱਦਾਂ ਕਹਿਣ ਨਾਲ ਕੋਈ ਇਹੋ ਜਿਹੀ ਗੱਲ ਨਹੀਂ ਹੋਣੀ। ਜਾਂ ਤਾਂ ਕੰਮ ਕਰਕੇ ਦਿਖਾ ਦਿਓ, ਫਿਰ ਕਰੋ ਕੰਮ। ਇਕੱਲੇ ਅਖਬਾਰਾਂ ਖਬਰ ਲਾਉਣ ਨਹੀਂ ਬਣਨਾ, ਇਕੱਲੇ ਅਖਬਾਰਾਂ ਖਬਰ ਲਾਉਣੇ, ਕੰਮ ਕਰਨ, ਕੰਮ ਕਰ ਦਿਖਾਉਣ, ਜਿਤਾਉਣ। ਜਿੱਤ ਤਾਂ ਏਕਤਾ ਦੇ ਨਾਲ ਹੁੰਦੀ ਹੈ ਜੀ। ਬਿਲਕੁਲ, ਅਸੀਂ ਤਾਂ ਇਹਨੂੰ ਕਹਿੰਦੇ ਆ। ਇਹਨਾਂ ਦੀ ਤਾਂ ਹਮੇਸ਼ਾ ਹੀ ਇਹਨਾਂ ਸਾਡੇ ਵੋਟ ਰਹੇ ਨੇ। ਕੋਈ ਧੜੇ ਵਾਲੀ ਗੱਲ ਨਹੀਂ। ਧੜਾ ਕਿਹੜਾ? ਕੋਈ ਧੜਾ ਨਹੀਂ ਇੱਥੇ, ਸਭ ਧੜੇ ਖਤਮ ਹੋ ਗਏ ਨੇ। ਇੱਕੋ ਹੀ ਇੱਕ ਸ਼੍ਰੋਮਣੀ ਅਕਾਲੀ ਦਲ ਆ ਜਿਹੜਾ ਕਿ ਮਾਨਜੋਤ ਸੁਖੀਵਾਲ ਦੇ ਝੰਡੇ ਥੱਲੇ ਖੜਾ ਗਾ। ਬਿਲਕੁਲ ਜੀ। ਤੇ ਵੀ ਤੁਹਾਡਾ ਇਹ ਕਹਿਣਾ ਵੀ ਸਾਡੇ ਹਲਕਾ ਪੈਲ ਦੇ ਵਿੱਚ ਕੋਈ ਵੀ ਧੜਾ ਨਹੀਂ ਹੈਗਾ, ਹੈ ਨਾ ਜੀ। ਤੇ ਜਿਹੜੀ ਆਪਣੇ ਪ੍ਰਧਾਨ ਜੀ ਇਹ ਦੀ ਚੋਣ ਹੋਈ ਆ, ਜਾਂ ਇਹਨਾਂ ਦੇ ਐਸਸੀ ਵਰਗ ਨੂੰ ਕਹਿੰਦੇ ਵੀ ਲਿਸਟ ਦੇ ਵਿੱਚ ਘੱਟ ਨੌਜਵਾਨਾਂ ਨੂੰ ਪਾਇਆ ਗਿਆ ਜਦੋਂ ਪ੍ਰਧਾਨ ਜਾਂ ਸਰਕਲ ਪ੍ਰਧਾਨ ਬਣਾਏ ਨੇ ਜਿਹੜੇ ਹੁਣ ਨਵੇਂ ਬਣੇ ਨੇ ਜੀ? ਇਸ ਤਰ੍ਹਾਂ ਹੈ ਕੋਈ ਗੱਲ ਸਰ? ਦੇਖੋ ਜੀ, ਜਿਹੜੇ ਤੁਹਾਨੂੰ ਦੱਸਿਆ ਵੀ ਡੈਲੀਗੇਟ ਜਿਹੜੇ ਹੈਗੇ ਨੇ, ਡੈਲੀਗੇਟਾਂ ਦੇ ਆਧਾਰ ਦੇ ਉੱਤੇ ਸਰਕਲ ਜਥੇਦਾਰ ਬਣ ਗਏ। ਫਿਰ ਇਸ ਤੋਂ ਬਾਅਦ ਅੱਗੇ ਜਾ ਕੇ ਜਿਹੜਾ ਸਾਰਾ ਸਰਕਲ ਬਣਿਆ, ਉਹ ਜਥੇਦਾਰ ਨਾਲ ਅਸੀਂ ਅਲੱਗ-ਅਲੱਗ ਵਿੰਗ ਬਣਾਏ ਨੇ। ਜਿਵੇਂ ਕਿ ਐਸਸੀ ਵਿੰਗ ਆ ਉਹਦਾ ਪ੍ਰਧਾਨ ਆ, ਬੀਸੀ ਵਿੰਗ ਆ ਉਹਦਾ ਪ੍ਰਧਾਨ ਆ, ਤੀਸਰੀ ਵਿੰਗ ਆ ਉਹਦਾ ਪ੍ਰਧਾਨ ਆ, ਔਰ ਕਿਸਾਨ ਵਿੰਗ ਆ ਉਹਦਾ ਪ੍ਰਧਾਨ ਆ, ਸਾਬਕਾ ਫੌਜੀ ਨੇ ਉਹਦਾ ਪ੍ਰਧਾਨ ਆ, ਆਈਟੀ ਵਿੰਗ ਉਹਦਾ ਪ੍ਰਧਾਨ ਆ। ਹਰ ਸਾਲ ਵਿੱਚ ਨੇ ਮਾਨਯੋਗ ਐਸਸੀ ਵੀ ਨੇ, ਬੀਸੀ ਵੀ ਨੇ, ਔਰ ਇਸਤਰੀ ਵਿੰਗ ਵੀ ਹੈ, ਕਿਸਾਨ ਵੀ ਨੇ, ਸਾਬਕਾ ਫੌਜੀ ਵੀ ਨੇ, ਸਾਰੇ ਹੀ ਨੇ। ਕੋਈ ਬਤਕਰਾ ਨਹੀਂ। ਇੱਕ ਮੀਡੀਆ ਦੇ ਵਿੱਚ ਬਹੁਤ ਆ ਰਿਹਾ ਜੀ ਮਿਹਰਬਾਨ ਸਾਹਿਬ ਕਿ ਜਿਹੜੇ ਵਿਧਾਇਕ ਨੇ ਉਹ ਆਪਣੇ ਪੁੱਤਰਾਂ ਨੂੰ ਹੀ ਨੌਕਰੀਆਂ ਬਖਸ਼ ਰਹੇ ਨੇ ਜੀ। ਇਹਦੇ ਬਾਰੇ ਵਿੱਚ ਤੁਹਾਡਾ ਕੀ ਕਹਿਣਾ? ਤਾਂ ਫਿਰ ਜਿਹੜੇ ਦੂਸਰੇ ਪੜ੍ਹੇ ਲਿਖੇ ਨੌਜਵਾਨ ਨੇ ਉਹ ਮਤਲਬ ਪਿੱਛੇ ਰਹਿ ਜਾਂਦੇ ਨੇ ਤੇ ਉਹ ਪੜ੍ਹਾਈ ਵੱਲ ਤੋਂ ਆਪਣਾ ਮੂੰਹ ਮੋੜ ਰਹੇ ਨੇ ਜੀ। ਦੇਖੋ ਜੀ, ਜਿਹੜਾ ਅੱਜ ਮੈਂ ਦੇਖਦੇ ਆ ਕਈ ਦਿਨਾਂ ਦੇ ਖਬਰਾਂ ਆ ਰਹੀਆਂ ਨੇ ਕਿ ਮੁੱਖ ਮੰਤਰੀ ਪੰਜਾਬ ਨੇ 2 ਵਿਧਾਇਕ ਸਾਹਿਬ ਫਤਿਹ ਸਿੰਘ ਬਾਜਵਾ ਦੇ ਪੁੱਤਰ ਨੂੰ ਇਹਨਾਂ ਨੇ ਇੰਸਪੈਕਟਰ ਬਣਾਤਾ, ਸ਼੍ਰੀ ਰਕੇਸ਼ ਪਾਂਡੇ ਮੋਦਨ ਨੂੰ ਨਾਇਬ ਤਹਿਸੀਲਦਾਰ ਬਣਾਤਾ। ਬੜਾ ਮਤਲਬ ਗਲਤ ਹੈ, ਦੁਖਦਾਈ ਹੈ। ਤੁਸੀਂ ਪ੍ਰੈਸ ਵਿੱਚ ਪੜ੍ਹਿਆ, ਮੈਂ ਵੀ ਪੜ੍ਹਿਆ, ਤੁਸੀਂ ਉੱਥੇ ਕਿਹਾ ਵੀ ਜਿਹੜਾ ਹੋਮ ਡਿਪਾਰਟਮੈਂਟ ਸੀ ਉਹਨਾਂ ਨੇ ਕਿਹਾ ਵੀ ਇਹ ਕਾਨੂੰਨ ਦੇ ਮੁਤਾਬਕ ਬਣ ਨਹੀਂ ਸਕਦੇ। ਪੁਲਿਸ ਦੇ ਵਿੱਚ ਉਹਨਾਂ ਨੇ ਕਿਹਾ ਵੀ ਡਾਇਰੈਕਟਰ ਇੰਸਪੈਕਟਰ ਨਹੀਂ ਹੋ ਸਕਦਾ, ਔਰ ਫਿਰ ਇਹ ਕਹਿੰਦੇ ਡਿਪਟੀ ਵੀ ਨਹੀਂ ਹੋ ਸਕਦਾ। ਸਹੀ ਮੰਨਿਆ ਤੇ ਸਹੀ ਚੋਣ ਆ, ਉਹ ਤਾਂ ਪ੍ਰੋਸੀਜਰ ਮੁਤਾਬਕ ਹੋਣੀ ਚਾਹੀਦੀ ਆ। ਇੱਥੇ ਬੇਰੁਜ਼ਗਾਰ ਵਿਚਾਰੇ ਪੜ੍ਹੇ ਲਿਖੇ ਫਿਰਦੇ ਨੇ, ਬਹੁਤ ਵੈਲ ਕੁਆਲੀਫਾਈਡ ਨੇ, ਔਰ ਉਹਨਾਂ ਵਿਚਾਰਿਆਂ ਨੂੰ ਮੌਕਾ ਨਹੀਂ ਮਿਲ ਰਿਹਾ।
ਉਹ ਤਰਸ ਰਹੇ ਨੇ ਵੀ ਅਸੀਂ ਇੰਨੀ ਕੁਆਲੀਫਾਈਡ ਹੋਏ ਕੀ ਕਰੀਏ ਕਿੱਥੇ ਜਾਈਏ। ਲੇਕਿਨ ਫਿਰ ਵੀ ਸਾਡੇ ਕਈ ਨੌਜਵਾਨ ਐਸੇ ਨੇ ਜਿਹੜੇ ਕਿ ਬੜੇ ਹਿੰਮਤ ਵਾਲੇ ਨੇ। ਖਾਸ ਕਰ ਮੇਰੇ ਹਲਕੇ ਪਿੰਡ ਜੱਲੇ ਤੋਂ ਇੱਕ ਸਾਡਾ ਬਹੁਤ ਪਿਆਰਾ ਜੀ ਚੰਦਨਦੀਪ ਜਰਾ ਹੋਇਆ, ਉਹਨੇ PCS ਦਾ ਕੋ ਕਲੀਅਰ ਹੋਇਆਗਾ ਤੇ ਬਹੁਤ ਮੈਨੂੰ ਖੁਸ਼ੀ ਹੈ, ਬਹੁਤ ਮੈਂ ਵਧਾਈ ਵੀ ਦਿੰਦਾਗਾ। ਤੋ ਅੱਜ ਮੈਂ ਸਮਝਦਾ ਕਿ ਆਪਦਾ ਹੱਕ ਜਿਹੜਾ ਉਹਦਾ ਬਣਦਾ ਸੀ ਉਹ ਰੱਖ ਲਿਆ। ਇੱਕ ਇਹ ਆ ਸਹੀ ਮਿਹਨਤ, ਇਹ ਸਹੀ ਮਿਹਨਤ ਆ। ਪਰ ਦੂਜੇ ਵੱਲ ਦੇਖੋ ਇਹਦੀ ਕੈਪਟਨ ਦੀ ਸਰਕਾਰ ਦੇ ਮਿਨਿਸਟਰ ਈਵਨ ਦਾ ਪ੍ਰਧਾਨ ਸ਼੍ਰੀ ਜਾਖੜ ਜੀ ਉਹ ਕਹਿੰਦੇ ਵੀ ਤੁਸੀਂ ਗਲਤ ਕੀਤਾ। ਇਹ ਤਾਂ ਬਹੁਤ ਗਲਤ ਆ। ਉਹਨਾਂ ਨੂੰ ਘਾਟ ਕਿਹੜੀ ਆ? ਨਾ ਫਤਿੰਗ ਬਾਦਲ ਘਾਟ ਆ, ਨਾ ਰਕੇਸ਼ ਭਾਨੂੰ ਘਾਟ ਆ, ਨਾ ਉਹ ਗਰੀਬ ਨੇ, ਕੋਈ ਇਹਦੀ ਗੱਲ ਨਹੀਂ ਹੈ। ਤੁਸੀਂ ਵੀ ਵਜ਼ੀਰ ਰਹੇ ਹੋ, MLA ਰਹੇ ਹੋ, ਜੇ ਤੁਸੀਂ ਆਪਣੇ ਤੇ ਲਾ ਕੇ ਦੇਖੋ ਵੀ ਜੇ ਦੂਸਰੇ ਬੰਦਿਆਂ ਨੂੰ ਛੱਡ ਦਿੱਤਾ ਜਾਵੇ ਵੀ ਤੁਹਾਡੇ ਖੁਦ ਦੇ ਬੱਚਿਆਂ ਨੂੰ ਨੌਕਰੀ ਦਿੱਤੀ ਜਾਵੇ, ਹੈ ਨਾ, ਤੁਸੀਂ ਇਹ ਚੀਜ਼ ਨੂੰ ਐਕਸੈਪਟ ਕਰੋਗੇ ਵੀ? ਅਸੀਂ ਮੈਂ ਦੇਖੋ ਮੈਨੂੰ 42-43 ਸਾਲ ਹੋ ਗਏ ਸਿਆਸਤ ਪੈ ਨੂੰ, ਮੈਂ ਬਹੁਤ ਕੁਝ ਦੇਖਿਆ, ਸਰਕਾਰ ਦੇ ਵਜ਼ੀਰ ਵੀ ਰਹੇ ਹਾਂ, ਸਾਰੇ ਕੰਮ ਕੀਤੇ ਆ, ਲੇਕਿਨ ਮੈਂ ਸਭ ਤੋਂ ਪਹਿਲਾਂ ਤਰਜੀਹ ਆਪਣੇ ਵਰਕਰ ਨੂੰ ਦਿੱਤੀ ਆ। ਮੈਂ ਕਿਹਾ ਮੈਨੂੰ ਕੱਲ ਨੂੰ ਕੋਈ ਕਹੇ ਨਾ ਵੀ ਹਾਂ ਵੀ ਤਾਂ ਆਪਣੇ ਪੁੱਤ ਨੂੰ ਜਾਂ ਪੋਤੇ ਨੂੰ ਨੌਕਰੀ ਦਵਾ ਦੇ, ਨਹੀਂ, ਆਪਣੇ ਵਰਕਰ ਨੂੰ ਹਿੱਕ ਨਾਲ ਲਾਇਆ। ਜੇ ਮਾਨਤਾਨ ਦਿੱਤਾ ਉਹਨੂੰ ਦਿੱਤਾ। ਇੱਕ ਵਾਰੀ ਦੀ ਗੱਲ ਆ, ਮੇਰਾ ਬਹੁਤ ਨਜ਼ਦੀਕੀ ਵਰਕ ਕਹਿਣ ਲੱਗਾ ਵੀ ਸਾਡੇ ਜਿਹੜੇ 2-3 ਬੰਦੇ ਨੇ ਮੈਨੂੰ ਗਨਮੈਨ ਲਵਾ ਦਿਓ ਕੋਪਰਦਾਰੇ ਬੈਂਕਾਂ ਦੇ ਵਿੱਚ। ਓਕੇ। ਤੋ ਉਸ ਵਕਤ ਮਾਨਜੋਗ ਸੱਜਣ ਜਾਖੜ ਦੀ ਮਿਨਿਸਟਰ ਸੀ ਕੋਆਪਰੇਸ਼ਨ ਦੇ। ਮੈਂ ਗਿਆ ਉਹਨੂੰ ਜਾ ਕੇ ਕਿਹਾ, ਉਹ ਕਹਿੰਦੇ ਕੋਈ ਗੱਲ ਨਹੀਂ, ਤੁਸੀਂ ਮੈਨੂੰ ਸਵੇਰੇ ਮੈਂ ਤੁਹਾਨੂੰ ਟੈਲੀਫੋਨ ਗੱਲ ਕਰੂੰਗਾ। ਮੈਂ ਉਹਨੂੰ ਟੈਲੀਫੋਨ ਆ ਕੇ ਭਾਈ ਸਾਹਿਬ ਦੇ ਬੰਦੇ ਬੁਲਾ ਲਓ। ਹਾਂਜੀ। ਅਸੀਂ ਜੀ ਉਹ ਬੰਦੇ ਬੁਲਾ ਲਏ, ਬੁਲਾ ਕੇ ਉਹਨੂੰ ਲੈਟਰ ਅਪਾਇੰਟਮੈਂਟ ਦੇ ਦਿੱਤੇ। ਉਸ ਤੋਂ ਬਾਅਦ ਉਹ ਗਨਮੈਨ ਤੋਂ ਜਾ ਕੇ ਪ੍ਰਮੋਟ ਹੋ ਗਏ, ਕਾਫੀ ਵੱਡੀ ਪੋਸਟ ਚਲੇ ਗਏ। ਮੈਨੂੰ ਬੜੀ ਖੁਸ਼ੀ, ਬਹੁਤ ਖੁਸ਼ੀ ਹੋਈ ਅੱਜ। ਮੈਂ ਲਾ ਕੋ ਮੇਰੇ ਹੀ ਨੇ ਉਹ, ਪਰ ਅਸੀਂ ਮੈਂ ਨਹੀਂ ਆਪਣੇ ਘਰ ਨੂੰ ਕਹਿੰਦੇ ਮੋੜ ਵੰਡੇ ਸੀ ਨਹੀਂ ਮੁੜਾ ਆਪਣੇ ਨੂੰ ਦੇ, ਉਹ ਮੈਂ ਕੰਮ ਨਹੀਂ ਕੀਤਾ, ਮੈਂ ਤਾਂ ਵਰਕ ਨੂੰ ਦਿੱਤਾ ਔਰ ਮਨ ਬੜਾ ਖੁਸ਼ ਹਾਂ ਦੇਖ ਕੇ। ਠੀਕ ਹੈ, ਠੀਕ ਹੈ। ਇੱਕ ਮੇਹਰਬਾਨ ਸਾਹਿਬ, ਡੀਜ਼ਲ ਦੀਆਂ, ਪੈਟਰੋਲ ਦੀਆਂ ਤੇ ਰਸੋਈ ਗੈਸ ਦੀਆਂ ਜਿਹੜੀਆਂ ਨਿਰੰਤਰ ਵੱਧ ਰਹੀਆਂ ਕੀਮਤਾਂ ਨੇ, ਇਹਨੂੰ ਆਮ ਵਰਗ ਨੂੰ ਤੇ ਜਿਹੜਾ ਗਰੀਬ ਵਰਗ ਆ ਉਹਦਾ ਲੱਕ ਤੋੜ ਕੇ ਰੱਖ ਦਿੱਤਾ। ਇਹ ਕੇਂਦਰ ਸਰਕਾਰ ਦੀ ਨਿਰੰਤਰ ਕੀਤੀ ਜਾ ਰਹੀ ਵਾਧਾ ਜਿਹੜਾ, ਉਹਦੇ ਬਾਰੇ ਤੁਸੀਂ ਕੀ ਵਿਚਾਰ ਰੱਖੋਗੇ ਆਪਣੇ? ਬਹੁਤ ਬੜਾ ਦੁੱਖ ਹੈ। ਮੈਂ ਰੋਜ਼ ਸੋਚਦਾ ਅਸੀਂ ਜਾਂ ਗੱਡੀ ਤੇਲ ਪਾਉਂਦੇ ਆ ਤਾਂ ਰੋਜ਼ ਰੇਟ ਵੱਧਦਾ ਡੀਜ਼ਲ ਦਾ ਤੇ ਪੈਟਰੋਲ ਦਾ। ਮੈਂ ਤਾਂ ਬੜਾ ਹੈਰਾਨ ਆ ਵੀ ਕਿਹੜੀ ਚੀਜ਼ ਰਾਤੋਂ ਰਾਤ ਵੱਧ ਗਈ ਆ। ਕਰੂਡ ਆਇਲ ਜਿਹੜਾ ਸਾਡਾ ਕੋਈ ਅਸੀਂ ਇੰਪੋਰਟ ਕਰਦਾ, ਗਵਰਨਮੈਂਟ ਵੀ ਇੰਪੋਰਟ ਕਰਦੀ ਆ, ਕੀ ਰੋਜ਼ ਭਾਅ ਵੱਧਦੇ ਨੇ ਉੱਥੇ ਦੇ? ਰੋਜ਼ ਤਾਂ ਨਹੀਂ ਭਾਅ ਵੱਧਦੇ ਅੱਗੇ, ਠੀਕ ਆ, ਕਦੇ ਭਾਅ ਵਧਿਆ ਉਸ ਵਕਤ ਬਜ਼ਾਰ ਡੇਲੀ ਵੱਧਦਾ। ਔਰ ਇੰਨੀ ਢੀਠ ਸਰਕਾਰ ਗਵਰਨਮੈਂਟ ਆਫ ਇੰਡੀਆ ਹੋਈ ਆ, ਉਹਨਾਂ ਦੇ ਮੈਂ ਤਾਂ ਕਹਿੰਦਾ ਕੰਨ ਤੇ ਜੂਮ ਨਹੀਂ ਸੁਰਕਦੀ। ਔਰ ਸਤਿਕਾਰ ਜੋ ਮੈਂਬਰ ਪਾਰਲੀਮੈਂਟ ਸਾਡੇ ਇਹਨੇ ਬੇਟੇ ਕੋਈ ਬੋਲਦਾ ਹੀ ਨਹੀਂ, ਕੋਈ ਵੀ ਨਹੀਂ ਬੋਲਦਾ, ਸਾਰੇ ਚੁੱਪ ਕੇ ਤੇਲ ਪਾਈ ਜਾਂਦੇ ਨੇ। ਇਸ ਵਕਤ ਆਮ ਬੰਦਾ ਉਹਦਾ ਕਚੂਮੋ ਨਿਕਲਿਆ ਪਿਆ। ਅੱਜ ਤੇਲ ਪਾਉਣ ਮੱਕੇ ਉਹ ਕੱਢਦਾ ਜ਼ਰੂਰ ਪੈਸੇ ਜੇਬ ਤੋਂ, ਪਰ ਮਜਬੂਰੀ ਕੱਢਣੇ ਪੈਂਦੇ ਨੇ। ਦਿਲ ਨਹੀਂ ਕਰਦਾ, ਬਹੁਤ ਔਖਾ ਹੁੰਦਾ, ਦਿਲ ਕਰਦਾ ਹੀ ਨਹੀਂ ਉਹਦਾ, ਪਰ ਮਜਬੂਰ ਨੂੰ ਕੱਢ ਕੇ ਉਹਨੂੰ ਪਾਉਣਾ ਕਿਉਂਕਿ ਆਪਣੇ ਕੰਮ ਤੇ ਜਾਣਾ ਵਿਚਾਰੇ ਨੇ। 101 ਰੁਪਏ ਦਾ ਗਿਫਟ ਵੀ ਨਾਲ ਦੇ ਰਹੇ ਨੇ, ਉਹ ਕਾਰਡ ਦੇ ਰਹੇ ਨੇ। ਫਿਰ ਉਸ ਤੋਂ ਬਾਅਦ ਦੂਜੀ ਦੇਖੋ ਜਿਹੜੇ ਤੇਲ ਨੇ, ਆਹ ਖਾਣ ਮੈਂ ਤੇਲ ਆਪਾਂ ਸਰੋਂ ਤੇਲ ਤਾਰੇ ਵਰਦੇ ਨੇ ਵਿਚਾਰੇ, ਬੜਾ ਮਹਿੰਗਾ ਦੁੱਗਣੇ ਰੇਟ ਕਰਦੇ। ਬੜਾ ਹਰਾ ਸਰਕਾਰ ਤੇ ਨੱਥ ਕਿਉਂ ਨਹੀਂ ਪਾਉਂਦੀ? ਇਸੇ ਕਰਕੇ ਜਿਹੜੇ ਸਾਡੇ ਕਿਸਾਨ ਨੇ ਅੱਜ ਨੂੰ 26-7 ਮਹੀਨੇ ਹੋ ਜਾਣੇ ਵਿਚਾਰਿਆਂ ਨੇ ਬੈਠੇ ਉੱਤੇ, ਉਹ ਇਸੇ ਕਰਕੇ ਕਿਸਾਨ ਦੇ ਨਾਲ ਸਮੁੱਚੇ ਤੌਰ ਤੇ ਪੰਜਾਬ ਕੀ ਸਾਰੀ ਦੁਨੀਆ ਜੁੜੀ ਹੈ। ਅਸੀਂ ਖੁਦ ਆਪ ਕਿਸਾਨ ਆ, ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸਾਡੀ ਆਪ ਕਿਸਾਨਾਂ ਦੀ ਪਾਰਟੀ ਹੈ। ਔਰ ਉਹ ਵਿਚਾਰੇ ਉੱਥੇ ਬੈਠੇ ਨੇ, ਪਾਸ ਕਰ ਸੁਣਨ ਨੂੰ ਤਿਆਰ ਨਹੀਂ ਗੀ। ਐਸੇ ਗੱਲੋਂ ਬੈਠੇ ਨੇ ਵਿਚਾਰੇ ਵੀ ਇਹ ਜਿਹੜੇ ਕਾਨੂੰਨ 3 ਬਣਾਏ ਨੇ ਕਾਲੇ ਕਾਨੂੰਨ, ਉੱਥੇ ਜਾ ਕੇ ਸਾਰਾ ਹੋਰ ਕੰਜ਼ੂਮਰ ਨਿਕਲ ਜਾਣਾ। ਇਹ ਜਿਹੜੇ ਵੱਡੇ ਵੱਡੇ ਕਾਰਪੋਰੇਟਰ ਨੇ ਉਹਨਾਂ ਨੇ ਸਾਰਾ ਸਮਾਨ ਆਪ ਇਕੱਠਾ ਕਰ ਲੈਣਾਗਾ ਵੀ ਆਪਣੀ ਮਾਰਜਨ ਰੇਟ ਲਾਇਆ ਕਰਨ, ਕਿ ਉਹਨੂੰ ਖੁੱਲ੍ਹਾ ਛੱਡਤਾ। ਜਿਹੜਾ ਐਸੈਂਸ਼ੀਅਲ ਕਮੋਡਿਟੀ ਐਕਟ ਹੈ ਉਹ ਉਹਨਾਂ ਨੇ ਖੁੱਲ੍ਹਾ ਕਰਤਾ, ਉਹਨੇ ਪਾਬੰਦ ਨਹੀਂ ਕੀਤਾ ਬਈ ਇੱਕ ਤੁਸੀਂ ਇੰਨਾ ਸਟਾਕ ਰੱਖ ਸਕਦੇ, ਵੱਧ ਨਹੀਂ ਰੱਖ ਸਕਦੇ, ਖੁੱਲ੍ਹਾ ਕਰਤਾ। ਖੁੱਲ੍ਹਾ ਕਰ ਜੇ ਮਰਜ਼ੀ ਰੱਖ ਲੈਣਾ, ਉਹ ਮਰਜ਼ੀ ਆਪਣੇ ਸਟੋਰ ਕਰਨਗੇ, ਆਪਦੀ ਮਾਝਾ ਰੇਟ ਲਾਉਣਗੇ ਤੇ ਸਾਡੇ ਲੋਕ ਮਰ ਜਾਣਗੇ। ਫਿਰ ਸਰਕਾਰ ਨੂੰ ਚਾਹੀਦਾ ਇਹ ਸਾਡੇ ਕਿਸਾਨ ਭਰਾ ਬੈਠੇ ਨੇ, ਇਹਨਾਂ ਦੀ ਗੱਲ ਸੁਣ ਕੇ ਜਿਹੜੇ 3 ਕਾਨੂੰਨ ਇਹਨਾਂ ਨੂੰ ਕੈਂਸਲ ਕਰਕੇ ਇਹਨਾਂ ਦੇ ਦੁਆਰਾ ਵਿਚਾਰ ਕਰਨ ਵਾਸਤੇ ਕੋਈ ਕਮੇਟੀ ਬਣਾਉਣ ਜਾਂ ਪਾਰਲੀਮੈਂਟ ਦੀ ਇੱਕ ਸਬ ਕਮੇਟੀ ਉਹ ਬਣ ਜਾਊਗੀ, ਉਹ ਘੋਖ ਕਰ ਲੈਣ, ਲੇਕਿਨ ਜਲਦਬਾਜ਼ੀ ਨਾ ਕਰਨ। ਇਹਨਾਂ ਨੂੰ ਸਤਿਕਾਰ ਦਿਓ, ਸਾਰੇ ਬਜ਼ੁਰਗ ਉੱਥੇ ਬੈਠੇ ਨੇ, ਮੇਰੇ ਭਰਾ ਮਾਂ ਬੈਠੇ ਆ, ਉਹਨਾਂ ਨੂੰ ਬਾਇਜ਼ਤ ਸਾਡੇ ਇਹਨਾਂ ਘਰਾਂ 'ਚ ਭੇਜਣ। ਤੁਹਾਡੇ ਗੱਲਾਂ ਤੋਂ ਇਹ ਲੱਗ ਰਿਹਾ ਵੀ ਕਿਸਾਨਾਂ ਪ੍ਰਤੀ ਤੁਹਾਡਾ ਰੋਸ ਆ, ਕਿਸਾਨਾਂ ਪ੍ਰਤੀ ਤੁਹਾਡੇ ਹਮਦਰਦੀ ਆ ਦਿਲ ਦੇ ਵਿੱਚੋਂ ਉੱਠ ਰਹੀ ਆ ਵੀ ਉੱਥੇ ਬਰੂਹਾਂ ਦੇ ਉੱਤੇ ਬੈਠੇ ਨੇ। ਤੇ ਕਿਸਾਨ ਇਹ ਕਹਿੰਦੇ ਨੇ ਵੀ ਜਦ ਤੱਕ ਸਾਡੇ ਇਹ ਕਾਲੇ ਕਾਨੂੰਨ ਵਾਪਸ ਨਹੀਂ ਹੁੰਦੇ, ਚਾਹੇ ਕਿ ਕਿਸੇ ਵੀ ਪਾਰਟੀ ਦਾ ਇਹ ਕੋਈ ਲੀਡਰ ਆ, ਵੀ ਉਹ ਅਸੀਂ ਕੋਈ ਉਹਨਾਂ ਦੇ ਵੋਟ ਨਹੀਂ ਲਾਉਣ ਦੇਣੇ ਤੇ ਕੋਈ ਉਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦੇਣਾ, ਵੀ ਸਾਡੇ ਨਾਲ ਆ ਕੇ ਉਹ ਸਾਡੀ ਮਦਦ ਕਰਨ।
ਦੇਖੋ ਜੀ ਜਿਹੜੀ ਗੱਲ ਇਹ ਹੈ ਇਹਦੇ ਸੰਬੰਧ ਵਿੱਚ ਤਾਂ ਅਸੀਂ ਸਾਰੇ ਸਤਿਕਾਰ ਸਾਡੇ ਭਰਾ ਹੀ ਨੇ ਸਾਰੇ ਹੈਗਾ। ਦੇਖੋ ਲੋਕਤੰਤਰ ਹੈ, ਡੈਮੋਕ੍ਰੇਸੀ ਹੈ। ਡੈਮੋਕ੍ਰੇਸੀ ਜਦ ਤੱਕ ਸਾਡੀ ਆਪਣਾ ਨੁਮਾਇੰਦਾ ਸਾਡਾ ਪਾਰਲੀਮੈਂਟ 'ਚ ਨਹੀਂ ਹੋਊਗਾ ਜਾਂ ਵਿਧਾਨ ਸਭਾ ਨਹੀਂ ਹੋਊਗਾ ਤਾਂ ਸਾਡੀ ਆਵਾਜ਼ ਕੌਣ ਬੁਲੰਦ ਕਰੂਗਾ। ਬਿਲਕੁਲ ਸਾਡੇ ਕਿਸਾਨ ਬੈਠੇ ਸਤਿਕਾਰ ਤੋਂ ਨੇ, ਸਰਕਾਰ ਤੋਂ ਬੈਠੇ ਉੱਥੇ ਉਹਨਾਂ ਨੇ ਇਹ ਗੱਲ ਕਹੀ, ਇਹ ਨਹੀਂ ਕਿ ਪਿੰਡਾਂ 'ਚ ਨਹੀਂ ਬਣਦਾ। ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਸਿਆਸੀ ਬੰਦੇ ਨੂੰ ਸਟੇਜ ਸਾਂਝੀ ਕਰਨ ਦੇਣੀ ਨਹੀਂ ਸੰਘਰਸ਼ ਦੇ ਉੱਤੇ ਬਈ ਉਹਨਾਂ ਨੇ ਨਹੀਂ ਕਿਤੇ ਠੀਕ ਹੈ ਮੰਨ ਲਿਆ, ਅਸੀਂ ਫੈਸਲਾ ਮੰਨ ਲਿਆ, ਮਾਨਸ ਬਾਦੀਆਂ ਮੰਨ ਲਿਆ, ਸਾਰਿਆਂ ਮੰਨ ਲਿਆ, ਪਰ ਅਸੀਂ ਆਪਣੇ ਹਲਕੇ ਦੇ ਵਿੱਚ ਸਾਡੇ ਹਰ ਪਿੰਡ 'ਚੋਂ ਟਰਾਲੀਆਂ ਲੈ ਕੇ ਬੰਦੇ ਕਹਿੰਦੇ ਉੱਥੇ ਟਰਾਲੀਆਂ ਹੁਣ ਵੀ ਖੜੀਆਂ ਨੇ, ਪੂਰੇ ਨਾਲ ਖੜੇ ਆ, ਪੂਰੇ ਸੰਘਰਸ਼ ਦੇ ਨਾਲ ਮਦਦ ਵਾਸਤੇ ਪੂਰੀ ਮਦਦ ਪਾਰਟੀ ਨੇ ਕੀਤੀ। ਪ੍ਰਧਾਨ ਯੋਗ ਦੇ ਮੁਤਾਬਕ ਅਸੀਂ ਅੱਜ ਵੀ ਨਾਲ ਖੜੇ ਆ। ਲੇਕਿਨ ਆਪਣਾ ਬੰਦਾ ਕਿਤੇ ਦਾ ਬੋਲਣ ਵਾਲਾ ਹੋਵੇ। ਮਾਨ ਜੋ ਸੁਖਬੀਰ ਸਿੰਘ ਬਾਦਲ, ਬੀਬਾ ਹਸਨਵਾਲ ਦੀ, ਇਹਨਾਂ ਨੇ ਤਕੜੇ ਹੋ ਕੇ ਪਾਰਲੀਮੈਂਟ ਬੋਲੇ ਨਹੀਂ ਕਿ ਹਾਂਜੀ ਦਰਦ ਸੀਗਾ, ਆਪ ਕਿਸਾਨ ਸੀਗੇ, ਦੁੱਖ ਸੀਗਾ, ਇਹਨਾਂ ਦੀ ਦਰਦ ਦੀ ਗੱਲ ਉੱਥੇ ਇਕੱਲੇ ਇਕੱਲੇ ਸ਼ਬਦਾਂ ਸੁਣਾਈ ਨਹੀਂ ਗਈ। ਤੋ ਜੇ ਸਾਡੇ ਸੀਗੇ ਤਾਂ ਹੀ ਸੁਣਾਈ ਆ। ਇਹੀ ਪੀੜਾ ਨੂੰ ਝੱਲਦੇ ਹੋਏ ਉਹਨਾਂ ਨੇ ਰੈਜੀਗਨੇਸ਼ਨ ਦਿੱਤਾ ਆਪਣਾ। ਜੇ ਸਾਡੇ ਸੀ ਤਾਂ ਹੀ ਜਾ ਕੇ ਕਿਹਾਗਾ। ਤੋ ਇਸ ਕਰਕੇ ਜਿਹਨੇ ਦੇਖੋ ਸਿਆਸਤ ਤੋਂ ਬਗੈਰ ਨਹੀਂ ਸਰਨਾ, ਲੋਕਤੰਤਰ ਆ, ਲੋਕਤੰਤਰ ਤੋਂ ਬਗੈਰ ਨਹੀਂ ਚੱਲਣਾ ਜਦ ਤੱਕ ਆਪਣਾ ਨੁਮਾਇੰਦਾ ਕਿਸੇ ਸੁਣਨੀ ਨਹੀਂ। ਅਸੀਂ ਇੱਕ ਪਿੰਡਾਂ 'ਚ ਗੱਲ ਕਰਦੇ ਹਾਂ, ਸ਼ਹਿਰਾਂ 'ਚ ਗੱਲ ਕਰਦੇ ਹਾਂ, ਗੱਲ ਕਰਕੇ ਬਹਿ ਜਾਂਦੇ ਹਾਂ। ਜਦ ਤੱਕ ਇਹਦਾ ਵਿਧਾਨ ਸਭਾ ਜਾਂ ਪਾਰਲੀਮੈਂਟ ਗੱਲ ਨਹੀਂ ਜਾਂਦੀ, ਸਰਕਾਰ ਦੇ ਕੰਨ ਤੱਕ ਨਹੀਂ ਪਹੁੰਚਦੀ, ਉਹਦਾ ਕੋਈ ਹੱਲ ਨਹੀਂ ਲੱਭਦਾ, ਜਦ ਤੱਕ ਗੱਲ ਕੋਈ ਫਾਇਦਾ ਨਹੀਂ। ਬੀਬਾ ਜੀ ਦਾ ਰੈਜੀਗਨੇਸ਼ਨ ਇਹੀ ਚੀਜ਼ਾਂ ਨੂੰ ਲੈ ਕੇ ਸੀਗਾ ਜੀ। ਦੇਖੋ ਜੀ ਰੈਜੀਗਨੇਸ਼ਨ ਦਿੱਤਾ ਮਿਨਿਸਟਰ ਸੀਗੇ, ਹਾਂਜੀ ਮਿਨਿਸਟਰ ਵਿੱਚ ਉਹ ਸੀਗਾ ਮਿਨਿਸਟਰ ਸੀਗੇ। ਉਹਨਾਂ ਨੂੰ ਸਰਕਾਰ ਨੇ ਇਹ ਕਿਹਾ ਸੀਗਾ ਵੀ ਆਰਡੀਨੈਂਸ ਨੇ ਜਿਸ ਵਕਤ ਪੇਸ਼ ਕਰਾਂਗੇ ਉਸ ਵਕਤ ਜੇ ਕੋਈ ਤਰਮੀਮ ਕਰਨੀ ਹੋ ਤੁਸੀਂ ਜਥੇਬੰਦੀਆਂ ਨੂੰ ਮਿਲ ਲਓ, ਤੁਸੀਂ ਕਿਸਾਨਾਂ ਨੂੰ ਮਿਲ ਲਓ, ਉਸ ਵਕਤ ਹੋ ਜਾਣਗੀਆਂ। ਕਿਸਾਨ ਭਰਾ ਮਿਲੇ ਮਾਨਯੋਗ ਸੁਖਬੀਰ ਬਾਦਲ ਦੀ, ਉਹਨਾਂ ਨੂੰ ਗੱਲਾਂ ਹੋਈਆਂ। ਇਹਨੇ ਜਾ ਕੇ ਭਾਰਤ ਸਰਕਾਰ ਦੇ ਖੇਤੀਬਾੜੀ ਮੰਤਰੀ ਨਾਲ ਗੱਲਾਂ ਕੀਤੀਆਂ। ਉਹਨਾਂ ਨੇ ਲਿਖਤੀ ਤੌਰ ਤੇ ਲਿਖਤਾ ਵੀ ਐਮਐਸਪੀ ਚੇਂਜ ਨਹੀਂ ਕਰਾਂਗੇ। ਲੇਕਿਨ ਉਹ ਆਰਡੀ ਜਿਹੜਾ ਸੀਗਾ ਉਹਨੇ ਜਦ ਪੇਸ਼ ਕਰਨ ਦੀ ਵਾਰੀ ਆ ਗਈ, ਇਹਨੇ ਕਿਹਾ ਵੀ ਰੋਕ ਦਿਓ, ਵੀ ਤੁਸੀਂ ਪੇਸ਼ ਨਾ ਕਰੋ, ਇਹਦੇ ਬਾਰੇ ਇੱਕ ਸਬ ਕਮੇਟੀ ਬਣਾ ਕੇ ਉੱਥੇ ਵਿਚਾਰਾਂ ਕਰ ਲਿਓ, ਵਿਚਾਰ ਕਰਨ ਤੋਂ ਬਾਅਦ ਤੇ ਜਿਹੜੀਆਂ ਕੋਈ ਤਰਮੀਮਾਂ ਕਰਨੀ ਕਰ ਲਿਓ। ਲੇਕਿਨ ਪਾਸ ਹੈ ਜਿਸ ਮੌਕੇ ਪੇਸ਼ ਕਰਤਾ ਤੇ ਉਸੇ ਵਕਤ ਪਾਰਟੀ ਨੇ ਫੈਸਲਾ ਲਿਆ ਕਿ ਅਸੀਂ ਸਰਕਾਰ 'ਚ ਨਹੀਂ ਰਹਿਣਾ। ਬੀਬਾ ਜੀ ਨੇ ਅਸੀਵਾ ਦਿੱਤਾ ਔਰ ਸ਼੍ਰੋਮਣੀ ਅਕਾਲੀ ਦਲ ਨੇ ਬੀਜੇਪੀ ਨਾਲ ਨਾਤਾ ਤੋੜਿਆਗਾ। ਆਓ ਆਪਾਂ ਫਿਰ ਉਹੀ ਮੁੜ ਆਪਣੇ ਗੱਠਜੋੜ ਦੀ ਗੱਲ ਕਰੀਏ ਵੀ ਗੱਠਜੋੜ ਦੇ ਵਿੱਚ ਜਿਸ ਤਰ੍ਹਾਂ ਦੂਸਰੀਆਂ ਵਿਰੋਧੀ ਪਾਰਟੀਆਂ ਨੇ, ਆਪਣੇ ਮਿਹਰਬਾਨ ਸਾਹਿਬ, ਜਿਸ ਤਰ੍ਹਾਂ ਕਾਂਗਰਸ ਹੋ ਗਈ ਜਾਂ ਆਮ ਆਦਮੀ ਪਾਰਟੀ ਹੋ ਗਈ, ਉਹਨਾਂ ਦਾ ਕਹਿਣਾ ਵੀ ਜਿਹੜੀ 0 ਆ +0 ਨੈਵਰ ਬਿਕਮ ਹੀਰੋ, ਵੀ ਉਹਨਾਂ ਨੂੰ ਲੱਗਦਾ ਵੀ ਕਿਤੇ ਇਹ ਦੋਨੇ ਪਾਰਟੀਆਂ ਵੀ 0 ਨੇ, ਇੱਕ ਦੂਜੇ ਦਾ ਸਹਾਰਾ ਬਣ ਕੇ ਇਹ ਆਪਣੇ ਆਪ ਨੂੰ ਅੱਗੇ ਲਿਆਉਣ ਦੀ ਕੋਸ਼ਿਸ਼ ਕਰ ਰਹੀਆਂ ਨੇ ਜੀ। ਦੇਖੋ ਗੱਲ ਇਹ ਆ ਵੀ ਇਹ ਕੋਈ ਨਵੀਂ ਗੱਲ ਨਹੀਂ ਹੈਗੀ ਆ, ਸਾਰੇ ਜਗ੍ਹਾ ਸਾਰੇ ਗੱਠਜੋੜ ਕਰਦੇ ਨੇ, ਕਾਂਗਰਸ ਨਹੀਂ ਕਰਦੀ ਗੀ। ਹਾਂ ਇਹਨਾਂ ਨੇ ਮਿਹਨਤਾਂ ਕਰ ਕਰਕੇ ਉੱਥੇ ਸਿੱਟਾਂ ਲਈਆਂ, ਬਿਹਾਰ ਦੇ ਵਿੱਚ ਲਈਆਂ ਨਹੀਂ ਗਿਆ, ਮਿਲਦੀਆਂ ਸੀ ਇਹਨਾਂ ਨੂੰ, ਤਾਲੇ ਲੈਂਦੇ ਸਾਨੂੰ ਕਿ ਇੰਨੀਆਂ ਕੁ ਦੇ ਦਿਓ। ਇਹਨਾਂ ਜੱਟ ਕਿਉਂ ਕੀਤਾ ਨਾ, ਉੱਥੇ ਜਾ ਕੇ ਬੀਜੇਪੀ ਉਲਟ ਕੀਤਾ ਨਹੀਂ ਗਾ। ਹਰ ਜਗ੍ਹਾ ਕਰਦੇ ਨੇ, ਕਿਉਂ ਨਹੀਂ ਕਰਦੇ? ਜੇ ਅਸੀਂ ਗੱਠਜੋੜ ਕਰ ਲਿਆ ਇਹ ਕੋਈ ਮਾੜੀ ਗੱਲ ਨਹੀਂ, ਗੱਠਜੋੜ ਹੁੰਦੇ ਆਏ, ਇਹ ਕੋਈ ਨਵੀਂ ਗੱਲ ਆ? ਇਹ ਤਾਂ ਸਾਰੀਆਂ ਪੁਰਾਣੀਆਂ ਗੱਲਾਂ ਨੇ। ਇਹ ਆਪਣੀ ਕਾਰਗੁਜ਼ਾਰੀ ਦਿਖਾਉਣ, ਇੱਧਰ ਧਿਆਨ ਦੇ ਕੇ ਕਾਰਗੁਜ਼ਾਰੀ ਦਿਖਾਉਣ ਆਪਣੀ। ਇਹਨਾਂ ਦੀ ਆਪ ਜੁੱਤੀ ਤਾਂ ਹੁਣ ਖੜਕਦੀ ਆ ਦਿੱਲੀ ਤੁਰੇ ਜਾਂਦੇ ਕਦੇ ਉਹ ਬਿਆਨਾ, ਤੁਸੀਂ ਆਪ ਇਹ ਖਬਰਾਂ ਲਾਉਂਦੇ ਹੋ, ਆਪਾਂ ਸੁਣਦੇ ਹੀ ਆ। ਆਪਦਾ ਮਸਲਾ ਲੋਟ ਜਾਂਦਾ, ਕੱਲ੍ਹ ਜਿੱਤ ਕਿਵੇਂ ਕਰ ਲੈਣਗੇ? ਇਹ ਤਾਂ ਸਾਡੇ ਗੱਠਜੋੜ ਤੋਂ ਬੁਖਲਾ ਕੇ ਨੇ ਹੁਣ ਇਸ ਮੌਕੇ, ਹੁਣ ਬੁਖਲਾਟ ਪਏ ਨੇ, ਇਹੋ ਜਿਹੇ ਬਿਆਨ ਲਾਈ ਜਾਂਦੇ ਨੇ, ਬਿਆਨਾਂ ਬੋਨਾਂ ਕਹਿੰਦੇ ਲੋਕ ਪੈਸਾ ਕਰੀ ਬੈਠੇ ਨੇ ਵੀ ਅਸੀਂ ਕਿਸੇ ਕਿਸਮ ਦੇ ਕਾਂਗਰਸ ਨੂੰ ਸਿਆਸਤ ਦੇਣੀ ਨਹੀਂ ਸੇਵਾ, ਜਿੰਨਾ ਮਰਜ਼ੀ ਜੋ ਲਾ ਲੈਣ। ਔਰ ਗੱਠਜੋੜ ਜਿਹੜਾ ਬਣਿਆ ਇਹਦੇ ਬਾਰੇ ਲੋਕਾਂ ਨੇ ਸ਼ਲਾਘਾ ਕੀਤੀ ਆ, ਲੱਡੂ ਤੱਕ ਬਣੇ ਨੇ, ਢੋਲ ਵਜਾਏ ਨੇ ਔਰ ਜਿੱਤੂਗਾ। ਬਿਲਕੁਲ ਜੀ। ਤੇ ਇੱਕ ਕੁਐਸਚਨ ਤੁਹਾਡੇ ਤੋਂ ਪੁੱਛਣਾ ਚਾਹਾਂਗੇ, ਜੇਕਰ ਟਿਕਟ ਨਹੀਂ ਮਿਲਦੀ ਲੀਡਰਾਂ ਨੂੰ ਤਾਂ ਉਹ ਦੂਸਰੇ ਪਾਸੇ ਚਲੇ ਜਾਂਦੇ ਨੇ, ਦੂਸਰੇ ਪਾਰਟੀਆਂ ਦਾ ਪੱਲਾ ਫੜ ਲੈਂਦੇ ਨੇ, ਤੇ ਇਹ ਕਿਸ ਤਰ੍ਹਾਂ ਦਾ ਰੁਝਾਨ ਆ ਪੰਜਾਬ ਦੇ ਵਿੱਚ? ਇਸ ਤਰ੍ਹਾਂ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਸਰ? ਦੇਖੋ ਜੀ ਗੱਲ ਇਹਦੇ ਬਾਰੇ ਮੈਂ ਤਾਂ ਕੁਛ ਨਹੀਂ ਕਹਿ ਸਕਦਾ, ਹੁਣ ਉਹਦੀ ਆਪਣੀ ਮਰਜ਼ੀ ਆ। ਜਿਹੜੇ ਸਤਿਕਾਰਯੋਗ ਸਾਡੇ ਉਹ ਮੇਰੇ ਭਰਾ ਨੇ, ਸਾਡੇ ਸਤਿਕਾਰਯੋਗ ਮਾਨਯੋਗ ਸਾਰੇ ਹੈਗੇ ਲੀਡਰ ਨੇ, ਇਹ ਤਾਂ ਉਹਦੀ ਇੱਛਾ ਹੈ, ਜਿਵੇਂ ਉੱਥੇ ਤੋਂ ਦਿਲ ਕਰਦਾ ਉਹ ਜਾ ਸਕਦੇ ਨੇ। ਆਪਾਂ ਉਹਨੂੰ ਕਹਿਣ ਇਹਦੇ ਬਾਰੇ ਮੈਂ ਕਮੈਂਟ ਨਹੀਂ ਦੇਣਾ ਚਾਹੁੰਦਾ, ਇਹਦੇ ਬਾਰੇ ਮੈਂ ਗੱਲ ਕਹਿਣਾ ਨਹੀਂ ਚਾਹੁੰਦਾ ਕੋਈ। ਤੁਸੀਂ ਦੇਖੋ ਇੱਥੇ ਬਸਪਾ ਦੀ ਇਹ ਸੀਟ ਆ ਜਿਹੜੀ ਆਪਣੇ ਸ਼੍ਰੋਮਣੀ ਅਕਾਲੀ ਵੱਲੋਂ ਦਿੱਤੀ ਗਈ ਆ, ਤੁਸੀਂ 4 ਸਾਲ ਮਿਹਰਬਾਨ ਸਿੰਘ ਜੀ ਬਹੁਤ ਇੱਥੇ ਮਿਹਨਤ ਕੀਤੀ ਹੈ, ਤੇ
ਅਸੀਂ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਸਲਾਮ ਕਰਦੇ ਹਾਂ ਕਿ ਉੱਦਾਂ ਹੀ ਤੁਸੀਂ ਚੜ੍ਹਦੀ ਕਲਾ ਦੇ ਵਿੱਚੋਂ ਤੁਸੀਂ ਕੋਈ ਮਨ ਨਹੀਂ ਡੋਲਿਆ ਵੀ ਇਹ ਸੀਟ ਹੈ ਜਿਹੜੀ ਮੈਨੂੰ ਮਿਲਣੀ ਚਾਹੀਦੀ ਸੀ। ਤੁਸੀਂ ਜਸਪ੍ਰੀਤ ਨੂੰ ਇੱਕ ਮਾਰਗਦਰਸ਼ਨ ਦੇ ਤੌਰ ਤੇ ਮਤਲਬ ਅੱਗੇ ਲੈ ਕੇ ਆ ਰਹੇ ਹੋ, ਉਹਦੀ ਤੁਸੀਂ ਹੈਲਪ ਕਰ ਰਹੇ ਹੋ। ਇਹਦੇ ਬਾਰੇ ਗੱਠਜੋੜ ਦੇ ਵਿੱਚ ਜਾਂ ਉਹ ਜਸਪ੍ਰੀਤ ਬਾਰੇ ਜਾਂ ਤੁਸੀਂ ਆਪਣੇ ਬਾਰੇ ਵਿੱਚ ਹਲਕੇ ਦੇ ਵਿੱਚ ਕੀ ਕਹਿਣਾ ਚਾਹੋਗੇ ਤੇ ਤੁਹਾਡੀਆਂ ਅਗਲੀ ਗਤੀਵਿਧੀਆਂ ਕੀ ਨੇ ਜੀ? ਦੇਖੋ ਗੱਲ ਹੈ, ਜਿਸ ਵਕਤ ਗੱਠਜੋੜ ਹੁੰਦਾ ਨਾ, ਗੱਠਜੋੜ ਦੇ ਵਿੱਚ ਸੀਟਾਂ ਦੀ ਲੈ ਦੇ ਹੁੰਦੀ ਹੈਗੀ ਆ, ਉਸ ਮੌਕੇ ਪਾਰਟੀਆਂ ਨੂੰ ਫੈਸਲੇ ਕਰਨੇ ਪੈਂਦੇ ਨੇ। ਪਾਰਟੀ ਹਮੇਸ਼ਾ ਫੈਸਲੇ ਕਰਦੀ ਆ, ਚੰਗੀ ਬਿਹਤਰੀ ਵਾਸਤੇ ਕਰਦੀ ਆ। ਉਹ ਕਈ ਵਾਰੀ ਮਹਿਸੂਸ ਹੋ ਜਾਂਦਾ, ਜਿਹੜਾ ਕਿ ਹਲਕਾ ਇੰਚਾਰਜ ਆ ਉਹਨੂੰ ਮਹਿਸੂਸ ਨਹੀਂ, ਸਾਨੂੰ ਮੈਨੂੰ ਵੀ ਫੀਲ ਹੋਇਆ, ਪਹਿਲਾਂ ਸਾਡੇ ਸਾਥੀਆਂ ਨੂੰ ਵੀ ਫੀਲ ਹੋਇਆ ਵੀ ਆਹ ਕੀ ਗੱਲ ਹੋ ਗਈ ਹੈ ਕਿ ਤਾਂ ਬੜੀ ਮਿਹਨਤ ਕੀਤੀ ਸੀ। ਹਾਂਜੀ, ਵੀ ਸਾਡੀ ਇੰਨੀ ਅਕਾਲਦਾਰ ਅਸੀਂ ਤਗੜਾ ਸੀਗਾ ਤੇ ਅਸੀਂ ਇਸੋਂ ਸੀਟ ਜਿੱਤ ਕੇ ਸਕੀਵਾਲ ਦੀ ਝੋਲੀ ਪਾਉਣੀ ਸੀਗੀ, ਵੀ ਹੋ ਕੀ ਗਿਆ। ਮਜੂਸੀ ਜਿਵੇਂ ਪਰ ਜੋ ਪਾਰਟੀ ਦੇ ਫੈਸਲੇ ਨੇ, ਪਾਰਟੀ ਸੁਪਰੀਮ ਹੁੰਦੀ ਆ, ਉਹ ਫੈਸਲੇ ਮੰਨੇ ਹੀ ਹੁੰਦੇ ਨੇ ਔਰ ਮੰਨਣੇ ਚਾਹੀਦੇ ਵੀ ਨੇ। ਪਾਰਟੀ ਦੇ ਫੈਸਲੇ ਕਰਦੇ ਬਿਹਤਰੀ ਵਾਸਤੇ ਹੀ ਕਰਦੀ ਆ, ਇਸ ਕਰਕੇ ਮੈਂ ਤਾਂ ਪਾਰਟੀ ਵਫਾ ਸਿਪਾਹੀ ਆ ਤੇ ਪਾਰਟੀ ਜੋ ਹੁਕਮ ਲੱਗਾ ਉਹ ਸਿਰ ਮਾਥੇ ਮੰਨ ਲਿਆ ਔਰ ਅਸੀਂ ਇਸ ਗੱਲ ਦੀ ਉਹਨੂੰ ਸੁਖਬੀਰ ਜੀ ਨੂੰ ਭਰੋਸਾ ਵੀ ਦਿੱਤਾ, ਮਿਲ ਕੇ ਵੀ ਆਇਆ ਔਰ ਉਹਨੂੰ ਕਿਹਾ ਵੀ ਈਸ਼ਰ ਸਿੰਘ ਮਿਹਰਬਾਨ ਐਸਾ ਵਰਕਰ ਆ ਤੁਹਾਡਾ ਜਿਹੜਾ ਕਹਿ ਦੇ ਉਹ 'ਤੇ ਪਹਿਰਾ ਦਊ ਔਰ ਜਿੱਥੇ ਖੜ ਗਿਆ ਚਟਾਨ ਵਾਂਗ ਖੜੂ, ਕਾਲੀ ਹੈਗਾ ਕਾਲੀ ਰਹੂੰਗਾ। ਇਹ ਸਾਡੇ ਨਾਲ ਈਸ਼ਰ ਸਿੰਘ ਮਿਹਰਬਾਨ, ਜਿਨ੍ਹਾਂ ਦਾ ਕਹਿਣਾ ਕਿ ਅਸੀਂ ਸਾਰੇ ਕਿਸਾਨਾਂ ਦੇ ਨਾਲ ਆ। ਪੈਲ ਹਲਕੇ ਤੋਂ ਸਾਡਾ ਜਿਹੜਾ ਗੱਠਜੋੜ ਆ ਉਹ ਮਜ਼ਬੂਤ ਆ ਤੇ ਆਉਣ ਵਾਲੇ ਵਿਧਾਨ ਸਭਾ ਦੇ ਵਿੱਚ ਭਾਜਪਾ, ਬਸਪਾ ਤੇ ਸ਼੍ਰੋਮਣੀ ਅਕਾਲੀ ਦਲ ਬਹੁਮਤ ਦੇ ਨਾਲ ਪੈਲ ਹਲਕੇ ਤੋਂ ਜਿੱਤੇਗਾ। ਇਹ ਆਉਣ ਵਾਲਾ ਸਮਾਂ ਦੱਸੇਗਾ ਵੀ ਕਿਸ ਤਰ੍ਹਾਂ ਤੇ ਕੌਣ ਜਿੱਤਦਾ ਹੈ। ਮਨਪ੍ਰੀਤ ਸਿੰਘ ਰਣਦਿਓ, ਦੇਸ਼ ਦੁਨੀਆ ਚੈਨਲ।